हाँ जी, ਬਾਇਨਰੀ ਸੈਕਟਰ ਦੇਖ ਰਹੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ। ਲਗਾਤਾਰ ਆਪਾਂ ਕੰਪਿਊਟਰ ਦੇ ਪੁਰਾਣੇ ਕੁਐਸਚਨ ਦੇਖ ਰਹੇ ਹਾਂ। ਸੋ ਉਸੇ ਲੜੀ ਦੇ ਵਿੱਚ ਹੀ ਹੁਣ ਆਪਾਂ ਡਿਸਕਸ ਕਰ ਰਹੇ ਹਾਂ ਸ਼ਾਰਟਕਟ ਕੀਜ਼। ਇਸ ਤੋਂ ਪਹਿਲਾਂ ਵਾਲੇ ਪਾਰਟਸ ਦੇ ਵਿੱਚ ਆਪਾਂ ਪਾਵਰ ਪੁਆਇੰਟ ਦੀਆਂ ਸ਼ਾਰਟਕਟਸ ਕੀਜ਼ ਦੇਖ ਚੁੱਕੇ ਹਾਂ। ਸੋ ਇਸ ਦੇ ਵਿੱਚ ਆਪਾਂ ਦੇਖਾਂਗੇ MS ਐਕਸਲ ਦੇ ਵਿੱਚ ਕਿਹੜੀਆਂ ਸ਼ਾਰਟਕਟ ਕੀਜ਼ ਪੁੱਛੀਆਂ ਗਈਆਂ ਨੇ। ਪਹਿਲਾਂ ਆਪਾਂ ਪਹਿਲੇ ਪਾਰਟ ਦੇ ਵਿੱਚ ਜਿਵੇਂ ਆਪਾਂ ਬੇਸਿਕ ਪਹਿਲਾਂ ਵਾਲੇ ਪਾਵਰ ਪੁਆਇੰਟ ਦੇ ਵਿੱਚ ਦੇਖੀਆਂ ਸੀ। ਸੋ ਇਸ ਦੇ ਵਿੱਚ ਵੀ ਪਹਿਲਾਂ ਆਪਾਂ ਬੇਸ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੀਆਂ ਕਿ ਸਾਨੂੰ ਚਾਹੀਦੀਆਂ ਨੇ। ਵੈਸੇ ਤਾਂ ਇਹ ਬਹੁਤ ਜ਼ਿਆਦਾ ਨੇ, ਪਰ ਮੈਂ ਤੁਹਾਨੂੰ ਕਰਾ ਰਿਹਾ ਕੁਐਸਚਨ ਦੇ ਹਿਸਾਬ ਨਾਲ, ਜਿੰਨੇ ਕੁਐਸਚਨ ਪੁੱਛੇ ਹੋਏ ਨੇ ਐਟਲੀਸਟ ਉਹ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਹਨਾ। ਕੁਝ ਹੋਰ ਜਿਹੜੀਆਂ ਮੈਨੂੰ ਲੱਗਿਆ ਵੀ ਨਾਲ ਇਹਨਾਂ ਦੀ ਐਡੀਸ਼ਨ ਹੋਣੀ ਚਾਹੀਦੀ ਹੈ, ਉਹ ਆਪਾਂ ਐਡੀਸ਼ਨ ਕਰਕੇ ਚੱਲੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ MS ਐਕਸਲ ਹੁੰਦਾ ਜਿਹੜਾ, ਹਨਾ। ਐਕਸਲ ਦੇ ਵਿੱਚ ਇਹ ਵਾਲੀਆਂ ਟੈਬਸ ਹੁੰਦੀਆਂ ਨੇ, ਜਿਵੇਂ ਫਾਈਲ ਟੈਬ, ਹੋਮ ਟੈਬ, ਇਨਸਰਟ, ਡਰਾਅ, ਪੇਜ ਲੇਆਊਟ, ਫਾਰਮੂਲਾ, ਡੇਟਾ ਰਿਵਿਊ। ਇਹ ਟੈਬਸ ਦੇ ਵਿੱਚ ਵੀ ਆਪਾਂ ਨੂੰ ਪੁੱਛਿਆ ਜਾਂਦਾ ਵੀ ਰਿਵਿਊ ਟੈਬ ਦੇ ਵਿੱਚ ਕੀ ਹੁੰਦਾ ਹੈ, ਫਾਰਮੂਲਾ ਟੈਬ ਦੇ ਵਿੱਚ ਕੀ ਹੁੰਦਾ ਹੈ, ਜਾਂ ਜਿਵੇਂ ਮੈਂ ਤੁਹਾਨੂੰ ਪਾਵਰ ਪੁਆਇੰਟ ਦੇ ਵਿੱਚ ਦੱਸਿਆ ਸੀਗਾ ਵੀ ਜਿਹੜੇ ਆਪਣੇ ਕੋਲੇ ਗ੍ਰਿਡ ਲਾਈਨਸ ਹੁੰਦੀਆਂ ਨੇ ਉਹ ਕਿਹੜੀ ਟੈਬ ਦੇ ਅੰਡਰ ਆਉਂਦੇ ਨੇ। ਇਸ ਟਾਈਪ ਦੇ ਸਵਾਲ ਵੀ ਤੁਸੀਂ ਦੇਖੇ ਹੋਣਗੇ, ਪੁੱਛੇ ਜਾਂਦੇ ਨੇ, ਹਨਾ। ਸੋ ਇਸ ਵੀਡੀਓ ਦੇ ਵਿੱਚ ਆਪਣਾ ਜਿਹੜਾ ਮੇਨ ਫੋਕਸ ਹੈ ਉਹ ਸ਼ਾਰਟਕਟ ਕੀਜ਼ ਤੇ ਹੀ ਹੈ। ਤਾਂ ਆਪਾਂ ਪਹਿਲਾਂ ਸ਼ਾਰਟਕਟ ਕੀ ਦੇਖਾਂਗੇ ਵੀ ਕਿਹੜੀ ਸ਼ਾਰਟਕਟ ਕੀ ਦੇ ਨਾਲ ਇੱਕ ਟੈਬ ਤੋਂ ਦੂਜੀ ਟੈਬ 'ਚ ਜਾ ਸਕਦੇ ਹਾਂ। ਜਿਵੇਂ ਆਪਾਂ ਪਾਵਰ ਪੁਆਇੰਟ ਦੇ ਵਿੱਚ ਦੇਖਿਆ ਸੀ, ਹੋਮ ਸਾਰਿਆਂ ਦੇ ਲਈ ਸੇਮ ਹੈ, Alt H ਦੇ ਨਾਲ ਅਸੀਂ ਕਿੱਥੇ ਜਾ ਸਕਦੇ ਹਾਂ, ਹੋਮ ਤੇ ਜਾ ਸਕਦੇ ਹਾਂ, ਹਨਾ। ਸੋ ਉਵੇਂ ਹੀ ਆਪਾਂ ਬਾਕੀ ਦੀ ਇਹਦੇ ਵਿੱਚ ਵੀ ਦੇਖਦੇ ਹਾਂ ਕਿਵੇਂ ਦੀਆਂ ਨੇ। ਸੋ ਟੈਬ ਨੈਵੀਗੇਸ਼ਨ ਸਭ ਤੋਂ ਪਹਿਲਾਂ Alt A ਹੁੰਦਾ ਡੇਟਾ ਦੇ ਲਈ, ਆਪਾਂ ਯਾਦ ਰੱਖ ਸਕਦੇ ਹਾਂ A ਡੇਟਾ ਦੇ ਵਿੱਚ ਆਉਂਦਾ ਨਾ, ਡੇਟਾ ਟੈਬ ਦੇ ਵਿੱਚ A ਹੈ ਤਾਂ Alt A। ਸਿਮਿਲਰਲੀ ਹੋਮ ਦੇ ਲਈ Alt H। ਤੇ ਜੇ ਆਪਾਂ ਗੱਲ ਕਰੀਏ ਫਾਰਮੂਲਾ ਦੀ ਤਾਂ ਇਹਦੇ ਵਿੱਚ M ਆਉਂਦਾ ਤਾਂ ਆਪਾਂ ਲਿਖ ਸਕਦੇ ਹਾਂ ਵੀ Alt M। ਯਾਦ ਕਰਨ ਦਾ ਤਰੀਕਾ, ਅਗਰ ਹੋ ਸਕਦਾ ਤੁਹਾਨੂੰ ਜ਼ਿਆਦਾ, ਤੁਹਾਡੇ ਨੂੰ ਕੋਈ ਜ਼ਿਆਦਾ ਹੋਰ ਸੂਟ ਕਰਦਾ ਤੁਸੀਂ ਉਹ ਵੀ ਕਰ ਸਕਦੇ ਹੋ, ਹਨਾ। ਫਿਰ ਆ ਗਿਆ ਇਨਸਰਟ ਦੇ ਲਈ, ਉਹੀ ਆਪਾਂ ਲਾਸਟ ਪਾਵਰ ਪੁਆਇੰਟ ਦੇ ਵਿੱਚ ਵੀ ਦੇਖਿਆ ਸੀ, ਇਹ ਸੇਮ ਹੁੰਦਾ। ਹੋਮ ਵੀ ਪਾਵਰ ਪੁਆਇੰਟ 'ਚ ਹੁੰਦਾ, ਡੇਟਾ ਤੇ ਫਾਰਮੂਲਾ ਪਾਵਰ ਪੁਆਇੰਟ ਦੇ ਵਿੱਚ ਨਹੀਂ ਹੁੰਦੇ, ਤਾਂ Alt N ਇਨਸਰਟ ਦੇ ਲਈ ਵੀ ਸੀਗਾ। ਪੇਜ ਲੇਆਊਟ ਦੇ ਲਈ ਇਹ ਸੌਖਾ ਹੀ ਹੈ, ਪੇਜ ਲੇਆਊਟ ਇਹਦੇ ਲਈ P ਹੈ, Alt P, ਸਾਰੇ Alt ਲੱਗਣਗੇ। ਇੱਕ ਗੱਲ ਇਹ ਯਾਦ ਰੱਖਣੀ ਹੈ। ਰਿਵਿਊ ਦੇ ਲਈ R ਹੈ, ਸੌਖਾ ਯਾਦ ਰੱਖਣਾ। ਤੇ ਵਿਊ ਦੇ ਲਈ W ਹੈ। ਇਹ ਆਪਾਂ ਪੜਿਆ ਸੀਗਾ ਵੀ ਵਿਊ ਨੂੰ ਆਪਾਂ ਇਸ ਤਰ੍ਹਾਂ ਸਮਝਿਆ ਸੀ, WIEE ਵਿਊ, ਵਿਊ ਇਸ ਤਰੀਕੇ ਨਾਲ ਵਿਊ ਯਾਦ ਰੱਖਣਾ। ਨਹੀਂ ਤਾਂ ਤੁਸੀਂ ਇਹ ਵਾਲਾ W ਵੀ ਲੈ ਸਕਦੇ ਹੋ, ਮੈਂ ਤਾਂ ਨਹੀਂ ਲਾਸਟ ਵੀ ਦੱਸਿਆ ਸੀ ਵੀ ਇੱਥੇ ਵੀ ਤੁਹਾਨੂੰ ਲੱਗ ਸਕਦਾ ਵੀ ਰਿਵਿਊ ਦੇ ਪਿੱਛੇ ਵੀ W ਹੈ, ਇੱਥੇ ਅਸੀਂ W ਲਾ ਦਈਏ, ਹਨਾ। ਸੋ ਇਹ ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ। ਹੈਲਪ ਦੇ ਲਈ Alt Y ਹੈ। ਪਿਛਲੇ ਪਾਰਟਸ ਦੇ ਵਿੱਚ ਮੈਂ ਭੁੱਲ ਗਿਆ ਸੀ ਦੱਸਣਾ, ਹੈਲਪ ਉੱਥੇ ਵੀ ਇਹੀ ਚੱਲੂਗਾ, Alt Y। ਵਰਡ ਦੇ ਵਿੱਚ ਆਪਾਂ ਹਜੇ ਚੈੱਕ ਨਹੀਂ ਕੀਤਾ, ਜਿਹਨੂੰ ਵਰਡ ਕਰਾਂਗੇ ਤਾਂ ਦੇਖਾਂਗੇ ਕਿ ਉੱਥੇ ਵੀ ਹੈਲਪ ਟੈਬ ਦੇ ਲਈ Alt Y ਚੱਲਦਾ, ਹਨਾ। ਸੋ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੁਝ ਸ਼ਾਰਟਕਟਸ। ਪਹਿਲਾਂ ਥਿਊਰੀ ਦੇਖਾਂਗੇ, ਫਿਰ ਆਪਾਂ ਕੁਐਸਚਨਸ ਤੇ ਮੂਵ ਕਰਾਂਗੇ। ਜਿਵੇਂ ਫਾਈਲ ਮੈਨੇਜਮੈਂਟ ਦੇ ਵਿੱਚ ਕੰਟਰੋਲ N ਨਿਊ ਵਰਕਬੁੱਕ, ਜਾਂ ਅਸੀਂ ਪਾਵਰ ਪੁਆਇੰਟ ਦੇ ਵਿੱਚ ਗੱਲ ਕਰੀਏ ਤਾਂ ਨਿਊ ਪ੍ਰੈਜੈਂਟੇਸ਼ਨ। ਕੰਟਰੋਲ N ਹੈਗਾ ਜਿਹੜਾ ਸਾਰੇ ਕਿਤੇ ਹੀ ਚੱਲਦਾ। ਕੋਈ ਤੁਸੀਂ ਵਰਡ ਫਾਈਲ ਖੋਲੀ ਹੈ, ਉੱਥੇ ਕੰਟਰੋਲ N ਕਰ ਦਿਓ, ਨਵੀਂ ਫਾਈਲ ਖੁੱਲ ਜੂ। ਕੋਈ ਤੁਸੀਂ ਨਾਰਮਲ ਕੰਪਿਊਟਰ ਦੀ ਵਿੰਡੋ ਖੋਲੀ ਹੈ, ਉੱਥੇ ਕੰਟਰੋਲ N ਕਰ ਦਿਓ, ਜਿਹੜੇ ਜਿੱਥੋਂ ਤੱਕ ਤੁਸੀਂ ਪਹੁੰਚੇ ਹੋਏ ਹੋ ਜਿਹੜੇ ਪਾਥ ਤੇ, ਉਹੀ ਤੁਹਾਡੇ ਕੋਲੇ ਨਵੀਂ ਵਿੰਡੋ ਖੋਲ ਦੂਗਾ। ਸੋ ਕੰਟਰੋਲ N ਜਿਹੜਾ ਬਹੁਤ ਸੌਖਾ। ਓਪਨ ਐਗਜ਼ਿਸਟਿੰਗ ਵਰਕਬੁੱਕ ਨੂੰ ਖੋਲਣਾ, ਤੇ S ਦੇ ਨਾਲ ਸੇਵ ਕਰਨਾ ਕਰੰਟ ਵਰਕਬੁੱਕ ਨੂੰ, P ਦੇ ਨਾਲ ਪ੍ਰਿੰਟ ਕਰਨਾ ਕਰੰਟ ਵਰਕਬੁੱਕ ਨੂੰ। ਤੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਵਾਲ ਵੀ ਪੁੱਛਿਆ ਗਿਆ ਹੈ। ਕੰਟਰੋਲ U ਐਂਡ ਕੰਟਰੋਲ +4 ਅੰਡਰਲਾਈਨ ਦੀ ਟੈਕਸਟ, ਹਨਾ। ਕੋਈ ਵੀ ਟੈਕਸਟ ਹੈ ਆਪਣੇ ਕੋਲੇ ਉਸ ਨੂੰ ਇਹ ਅੰਡਰਲਾਈਨ ਕਰਦਾ। ਜਿਵੇਂ ਆਪਾਂ ਕਰਕੇ ਦੇਖ ਲੈਂਦੇ ਹਾਂ, ਇਹ ਵਾਲਾ ਜਿਵੇਂ ਆਪਣੇ ਕੋਲੇ ਐਕਸਲ ਹੈ, ਇਹ ਇੱਥੋਂ ਜ਼ੂਮ ਇਨ ਹੁੰਦਾ, ਜ਼ੂਮ ਇਨ ਇਹਦਾ ਹੁੰਦਾ ਮਿਨੀਮਮ 10%, ਮੈਕਸੀਮਮ ਕਿੰਨਾ ਹੁੰਦਾ ਇਹ ਸਵਾਲ ਪੁੱਛਿਆ ਗਿਆ। ਮੈਕਸੀਮਮ ਜ਼ੂਮ ਆਊਟ ਕਿੰਨਾ ਹੋ ਸਕਦਾ ਉਹ ਆਪਾਂ ਦੇਖਦੇ ਹਾਂ। ਜ਼ੂਮ ਆਊਟ ਦੇਖੋ 5 ਵੱਡਾ ਹੋ ਰਿਹਾ ਨਾ ਸਾਈਜ਼ ਇਸ ਦਾ। ਸੋ ਜ਼ੂਮ ਆਊਟ ਜਿਹੜਾ ਹੈ 400 ਤੱਕ ਹੋ ਸਕਦਾ, ਠੀਕ ਹੈ। ਵਰਡ ਦੇ ਵਿੱਚ ਇਹ 500 ਤੱਕ ਹੁੰਦਾ ਆਈ ਥਿੰਕ, ਆਪਾਂ ਚੈੱਕ ਕਰਾਂਗੇ। ਜ਼ੂਮ ਇਨ ਤੇ ਜ਼ੂਮ ਆਊਟ ਬੋਲਿਆ ਜਾਂਦਾ ਇਸ ਨੂੰ, ਕਲੀਅਰ ਹੋਈ ਗੱਲ। ਸਾਈਜ਼ ਛੋਟਾ ਕਰਨਾ ਜ਼ੂਮ ਆਊਟ, ਤੇ ਸਾਈਜ਼ ਵੱਡਾ ਕਰਨਾ ਜ਼ੂਮ ਇਨ। ਹੁਣ ਆਪਾਂ ਇੱਥੇ ਕੁਝ ਲਿਖ ਦਿੰਨੇ ਆ, ਆਪਾਂ ਲਿਖ ਦਿੰਨੇ ਆ ਬਾਈਨਰੀ ਇੰਸਟਰਕਟਰ, ਇੰਸਟਰਕਟਰ, ਹਨਾ। ਹੁਣ ਇਸ ਨੂੰ ਆਪਾਂ ਅੰਡਰਲਾਈਨ ਕਰਨਾ, ਤਾਂ ਚਾਹੇ ਤਾਂ ਆਪਾਂ ਕੰਟਰੋਲ U ਕਰ ਦਈਏ, ਤੇ ਚਾਹੇ ਇਹਨੂੰ ਹਟਾਉਣਾ ਹੋਵੇ ਕੰਟਰੋਲ Z, ਤੇ ਚਾਹੇ ਆਪਾਂ ਕੰਟਰੋਲ 4 ਕਰ ਦਈਏ, ਇੱਕੋ ਹੀ ਗੱਲ ਆ।
ਤਾਂ ਆਪਾਂ ਕਹਿ ਅੰਡਰਲਾਈਨ ਦੇ ਲਈ ਦੋਨੋਂ ਯੂਜ਼ ਕੀਤੇ ਜਾਂਦੇ ਨੇ। ਤੇ ਇਹ ਵੀ ਆਪਾਂ ਨੂੰ ਪਤਾ ਵੀ ਐਕਸਲ ਦੇ ਵਿੱਚ ਇਹ ਹੁਣੀ ਸਵਾਲ ਆਇਆ ਸੀਗਾ, ਆਪਣਾ ਕਲਰਕ ਦੇ ਪੇਪਰ ਦੇ ਵਿੱਚ ਸਵਾਲ ਆਇਆ ਸੀ ਵੀ ਜਿਹੜਾ ਐਕਸਲ ਹੈ ਉਹਦੇ ਵਿੱਚ ਰੋਜ਼ ਹੁੰਦੀਆਂ ਨੇ, ਕਾਲਮ ਹੁੰਦੇ ਨੇ ਤੇ ਸੈੱਲ ਹੁੰਦੇ ਨੇ। ਇਹ ਗੱਲ ਵੀ ਤੁਹਾਨੂੰ ਕਲੀਅਰ ਹੈ ਹਨਾ। ਸੋ ਅੰਡਰਲਾਈਨ ਦੇ ਲਈ ਆਪਾਂ ਪੜ੍ਹ ਲਿਆ ਵੀ ਯੂ ਤੇ ਡਬਲਿਊ ਹੈ, ਤੇ ਜੇ ਕਲੋਜ਼ ਕਰਨਾ ਕਰੰਟ ਵਰਕਬੁੱਕ ਨੂੰ ਤਾਂ ਕੰਟਰੋਲ ਡਬਲਿਊ ਚੱਲਦਾ ਹਨਾ। ਜਦੋਂ ਆਪਾਂ ਕੰਟਰੋਲ ਡਬਲਿਊ ਪ੍ਰੈਸ ਕਰਾਂਗੇ, ਕੰਟਰੋਲ ਡਬਲਿਊ, ਆ ਦੇਖੋ ਇਹ ਪੁੱਛਦਾ ਕਿ ਡੂ ਯੂ ਵਾਂਟ ਟੂ ਸੇਵ, ਜੇ ਆਪਾਂ ਸੇਵ ਕਰਾਂਗੇ ਤਾਂ ਸੇਵ ਕਰ ਦੂਗਾ, ਅਦਰਵਾਈਜ਼ ਆਪਾਂ ਡੋਂਟ ਸੇਵ ਵੀ ਕਲਿੱਕ ਕਰ ਸਕਦੇ ਹਾਂ। ਸੋ ਇਹ ਕੰਟਰੋਲ ਡਬਲਿਊ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਵਾਲ ਇਹਦੇ ਚੋਂ ਬਣਦੇ ਨੇ। ਲਾਸਟ ਵਾਲੇ ਦੋਨੋਂ ਹੀ ਨੇ, ਵੈਸੇ ਤਾਂ ਉੱਪਰ ਵਾਲੇ ਵੀ ਨੇ, ਪਰ ਇਹ ਲਾਸਟ ਵਾਲੇ ਤਾਂ ਜ਼ਿਆਦਾ ਪੁੱਛੇ ਗਏ ਨੇ ਸਵਾਲ। ਅਗਲਾ ਹੁਣ ਆਪਾਂ ਦੇਖਦੇ ਹਾਂ ਨੈਕਸਟ ਇਹਦੇ ਤੋਂ ਆਪਣੀਆਂ ਕਿਹੜੇ ਸ਼ਾਰਟਕਟ ਇੰਪੋਰਟੈਂਟ ਨੇ। ਨੈਕਸਟ ਹੈਗਾ ਫਾਈਲ ਮੈਨੇਜਮੈਂਟ ਦੇ। ਇਹ ਦੋ ਸ਼ਾਰਟਕਟ ਵੀ ਨੇ। ਜਿਵੇਂ ਆਪਾਂ ਨਿਊ ਵਰਕਸ਼ੀਟ, ਇੱਕ ਨਵੀਂ ਵਰਕਸ਼ੀਟ ਇਨਸਰਟ ਕਰਨੀ ਹੈ, ਉਹਦੇ ਲਈ ਸ਼ਿਫਟ F11 ਵੀ ਚੱਲਦਾ ਹੈ, ਆਲਟ ਪਲੱਸ ਸ਼ਿਫਟ ਪਲੱਸ F1 ਦੋਨੋਂ ਹੀ ਚੱਲਦੇ ਨੇ। ਤੇ ਜੇ ਅਸੀਂ ਕਲੋਜ਼ ਕਰਨਾ ਕਰੰਟ ਵਰਕਬੁੱਕ ਨੂੰ ਤਾਂ ਕੰਟਰੋਲ ਡਬਲਿਊ ਵੀ ਪੜਿਆ ਆਪਾਂ, ਕੰਟਰੋਲ ਡਬਲਿਊ ਕਰੰਟ ਵਰਕਬੁੱਕ, ਤਾਂ ਇਹਦੇ ਲਈ ਆਲਟ ਪਲੱਸ F4 ਵੀ ਚੱਲਦਾ। ਜੇ ਸਿਸਟਮ ਨੂੰ ਸ਼ਟ ਡਾਊਨ ਕਰਨਾ ਹੋਵੇ ਤਾਂ ਵੀ ਆਲਟ ਪਲੱਸ F4 ਚੱਲਦਾ, ਤੇ ਆਲਟ ਸ਼ਿਫਟ ਪਲੱਸ F4 ਵੀ ਚੱਲਦਾ। ਤੇ ਇਹਦੇ ਨਾਲ ਹੀ ਆਪਾਂ ਪਾ ਸਕਦੇ ਆ ਕੰਟਰੋਲ ਪਲੱਸ ਡਬਲਿਊ। ਇਹ ਵੀ ਆਪਾਂ ਯਾਦ ਰੱਖਣੀ ਹੈ ਚੀਜ਼, ਠੀਕ ਹੈ, ਕਿਉਂਕਿ ਇਹ ਜੇ ਆਪਾਂ ਵਰਕਬੁੱਕ ਦੀ ਗੱਲ ਕਰਾਂਗੇ ਤਾਂ ਫਿਰ ਆ ਵੀ ਤਾਂ ਚੱਲੂਗਾ ਹੀ ਨਾ। ਇਹ ਵੀ ਕੁਝ ਵੀ ਤੁਸੀਂ ਐਪਲੀਕੇਸ਼ਨਾਂ ਖੋਲੀਆਂ ਨੇ, ਆਲਟ ਪਲੱਸ F4 ਸਾਰੀਆਂ ਨੂੰ ਕਲੋਜ਼ ਕਰਦਾ ਜਾਂਦਾ, ਫਿਰ ਉਹ ਪੁੱਛਦਾ ਹੈ ਡੂ ਯੂ ਵਾਂਟ ਟੂ ਸੇਵ ਔਰ ਨੋਟ। ਕਲੀਅਰ ਹੋਈ ਗੱਲ। ਸੋ ਆ ਮੈਂ ਤੁਹਾਨੂੰ ਇਨਸਰਟ ਕਰਕੇ ਦਿਖਾਉਣਾ ਵੀ ਜਿਹੜੀ ਆਪਾਂ ਨਿਊ ਵਰਕਸ਼ੀਟ ਇਨਸਰਟ ਕਿਵੇਂ ਕਰਦੇ ਆ ਹਨਾ। ਬਾਏ ਡਿਫਾਲਟ ਵਰਕਸ਼ੀਟ ਹੈ ਜਿਹੜੀ ਉਹ ਸਿੰਗਲ ਹੁੰਦੀ ਹੈ, ਇੱਕ ਹੁੰਦੀ ਆ, ਦੇਖੋ ਇੱਕ ਵਰਕਸ਼ੀਟ ਆ। ਬਟ ਜਿਹੜੀ 2007 ਪਹਿਲਾਂ ਚੱਲਦਾ ਸੀ ਐਕਸਲ ਹਨਾ, ਉਹਦੇ ਵਿੱਚ 3 ਹੁੰਦੀਆਂ ਸੀ, ਯਾਦ ਰੱਖਣਾ। ਹੁਣ ਇੱਕੋ ਹੀ ਆਉਂਦੀ ਆ। ਤਾਂ ਆਪਾਂ ਪੜਿਆ ਸੀਗਾ ਸ਼ਿਫਟ F11। ਆ ਦੇਖੋ ਨਵੀਆਂ ਸ਼ੀਟਾਂ ਆਪਾਂ ਇਸ ਤਰ੍ਹਾਂ ਇਨਸਰਟ ਕਰ ਸਕਦੇ ਹਾਂ, ਠੀਕ ਹੈ। ਮੇਰੇ ਕੁਝ ਕੰਟਰੋਲ ਚੱਲਦੇ ਨਹੀਂ, ਕੁਝ ਚੀਜ਼ਾਂ ਜਿਹੜੀਆਂ ਚੱਲਣਗੀਆਂ ਉਹ ਮੈਂ ਤੁਹਾਨੂੰ ਕਰਕੇ ਦਿਖਾਊਂਗਾ। ਬਾਕੀ ਦੀਆਂ ਤੁਸੀਂ ਚੀਜ਼ਾਂ ਆਪ ਕਰਕੇ ਦੇਖੋ। ਮੈਂ ਹਮੇਸ਼ਾ ਤੁਹਾਨੂੰ ਇਹ ਚੀਜ਼ ਬੋਲਦਾ ਵੀ ਸਾਰਾ ਕੰਮ ਹੈ ਜਿਹੜਾ ਪ੍ਰੈਕਟੀਕਲ ਕਰਕੇ ਦੇਖੋ। ਚਾਹੇ ਤੁਹਾਡੇ ਪੇਪਰ ਦੇ ਵਿੱਚ 2 ਦਿਨ ਰਹਿੰਦੇ ਨੇ, ਵੀਡੀਓ ਕੱਲੀ ਦੇਖਣ ਦਾ ਕੋਈ ਫਾਇਦਾ ਨਹੀਂ, ਨਾਲ ਕੰਪਿਊਟਰ ਖੋਲ ਕੇ ਦੇਖੋ। ਫਿਰ ਕਈਆਂ ਕੋਲੇ ਕੰਪਿਊਟਰ ਨਹੀਂ ਹੋਣਾ ਹਨਾ, ਸੋ ਉੱਥੇ ਫਿਰ ਥੋੜਾ ਜਿਹਾ ਤੁਸੀਂ ਅਗਰ ਕਿਸੇ ਦੀ ਹੈਲਪ ਲੈ ਸਕਦੇ ਹੋ, ਲੈਪਟਾਪ ਵਗੈਰਾ ਅਰੇਂਜ ਕਰ ਸਕਦੇ ਹਾਂ ਆਪਾਂ, ਤਾਂ ਇੱਕ ਵੀਡੀਓ ਦੇਖਣ ਚਲੇ ਜਾਓ, ਨਾਲ ਨਾਲ ਕਰਕੇ ਦੇਖ ਲਓ, ਤੁਹਾਨੂੰ ਜ਼ਿਆਦਾ ਚੀਜ਼ਾਂ ਸਮਝ ਆਉਣਗੀਆਂ। ਪ੍ਰੈਕਟੀਕਲ ਕੀ ਤਰੀਕੇ ਨਾਲ ਹੀ ਚੀਜ਼ਾਂ ਯਾਦ ਹੁੰਦੀਆਂ ਨੇ, ਐਵੇਂ ਰੱਟੇ ਮਾਰੀ ਜਾਓ ਕੀ ਫਰਕ ਪੈਂਦਾ। ਬਥੇਰੀਆਂ ਕਿਤਾਬਾਂ ਆਉਂਦੀਆਂ ਨੇ ਹਨਾ, ਅਰਿਹੰਤ ਦੀਆਂ ਪੜ੍ਹੀ ਜਾਓ, ਐਂ ਥੋੜੀ ਚੀਜ਼ਾਂ ਯਾਦ ਰਹਿੰਦੀਆਂ ਨੇ। ਯਾਦ ਕਰਨ ਦੇ ਲਈ ਕਰਨਾ ਪੈਂਦਾ ਕੰਮ ਆਪਾਂ ਨੂੰ। ਇਸ ਵਾਰੀ ਨਹੀਂ ਆਉਣਗੀਆਂ, ਕਿਸੇ ਹੋਰ ਪੇਪਰ ਦੇ ਵਿੱਚ ਕੰਮ ਆ ਜਾਣਗੀਆਂ। ਸੋ ਕੋਈ ਵੀ ਕੰਮ ਕਰਨਾ ਆਪਾਂ ਡਿਟੇਲ ਦੇ ਵਿੱਚ ਕੰਮ ਕਰਨਾ। ਐਵੇਂ ਜਿਵੇਂ ਉਹ ਕਹਿੰਦੇ ਹੁੰਦੇ ਨਾ ਵੀ ਧੁੱਲ ਗਈਆਂ ਮਾਰਨ ਵਾਲੇ ਕਹਿੰਦੇ ਹੁੰਦੇ ਬਲਦ ਵੀ ਰੇੜਾ ਨਹੀਂ ਕੱਢਦੇ। ਕਈ ਵਾਰੀ ਬਲਦ ਰੇੜਾ ਜਾਣਦੇ ਹੋਵੋਗੇ ਵੀ ਚੱਕੜ 'ਚ ਰੇੜਾ ਖੁੱਭ ਜਾਂਦਾ ਨਾ, ਕਹਿੰਦੇ ਆ ਵੀ ਜਿਹੜੇ ਧੁੱਲੀਆਂ ਮਾਰਨ ਵਾਲੇ ਬਲਦ ਹੁੰਦੇ ਉਹ ਰੇੜਾ ਨਹੀਂ ਕੱਢਦੇ, ਰੇੜਾ ਕੱਢਦੇ ਹੁੰਦੇ ਮੌਲੇ ਬਲਦ। ਤਾਂ ਤੁਸੀਂ ਮੌਲੇ ਬਲਦ ਬਣਨਾ। ਮੌਲਾ ਬਲਦ ਹੁਣ ਐ ਨਹੀਂ ਹੁੰਦਾ ਵੀ ਉਮਰ ਵੱਡੀ ਹੋ ਗਈ ਤੇ ਬਲਦ ਮੌਲਾ ਹੋ ਜਾਊਗਾ। ਮੌਲੇ ਬਲਦ ਦਾ ਮਤਲਬ ਹੈਗਾ ਵੀ ਅਸੀਂ ਹੌਲੀ ਜਾਵਾਂਗੇ ਤੇ ਡਿਟੇਲ ਦੇ ਵਿੱਚ ਚੀਜ਼ਾਂ ਦੇ ਵਿੱਚ ਜਾਵਾਂਗੇ। ਇਹ ਨਹੀਂ ਸੋਚਾਂਗੇ ਵੀ ਬਸ ਸਾਡਾ ਕਲੀਅਰ ਹੋ ਜੇ ਤੇ ਅਸੀਂ ਟੱਪ ਜਾਈਏ, ਨਹੀਂ। ਅਸੀਂ ਐਨਾਲਿਸਿਸ ਕਰਾਂਗੇ ਚੀਜ਼ਾਂ ਦਾ, ਜਿੱਥੇ ਸਾਡੀਆਂ ਗਲਤੀਆਂ ਨੇ ਉਹ ਗਲਤੀਆਂ ਤੋਂ ਸਿੱਖਾਂਗੇ ਤੇ ਅਸੀਂ ਕਦੇ ਵੀ ਡੀਮੋਟੀਵੇਟ ਨਹੀਂ ਹੋਵਾਂਗੇ। ਜ਼ਿੰਦਗੀ ਹੈ, ਇੱਥੇ ਕੋਈ ਖਤਮ ਥੋੜਾ ਹੋਣ ਲੱਗੀ ਹੈ, ਗੋਲੀ ਥੋੜਾ ਮਾਰ ਦੂਗਾ ਤੁਹਾਡਾ ਪੇਪਰ ਨਹੀਂ ਕਲੀਅਰ ਹੋਊਗਾ ਹਨਾ। ਤਾਂ ਘਬਰਾਉਣਾ ਨਹੀਂ, ਜਿੱਥੇ ਗਲਤੀਆਂ ਨੇ ਉਹਨੂੰ ਨੋਟ ਕਰੋ, ਅਗਲੀ ਵਾਰੀ ਦੇਖੋ ਵੀ ਕੀ ਸਾਡਾ ਪੇਪਰ ਕਲੀਅਰ ਜਦੋਂ ਅਗਲੀ ਵਾਰੀ ਗਏ ਅਸੀਂ ਕਿ ਉਹ ਗਲਤੀਆਂ ਨੇ ਸਾਨੂੰ ਹੈਲਪ ਕੀਤੀ ਕਿ ਨਹੀਂ ਕੀਤੀ ਹਨਾ। ਸੋ ਆਪਾਂ ਸੀਗੇ ਨਵੀਂ ਆਪਾਂ ਵਰਕਸ਼ੀਟ ਕਿਵੇਂ ਇਨਸਰਟ ਕਰ ਸਕਦੇ ਹਾਂ। ਦੋਨੋਂ ਫਾਈਲ ਮੈਨੇਜਮੈਂਟ ਦੇ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹ ਪੁੱਛੇ ਜਾਂਦੇ ਨੇ, ਠੀਕ ਹੈ, ਯਾਦ ਰੱਖ ਲਿਓ। ਫਾਈਲ ਮੈਨੇਜਮੈਂਟ ਦੇ ਵਿੱਚ ਕੁਝ ਹੋਰ ਵੀ ਨੇ, ਜਿਵੇਂ ਫਾਈਲ ਨੂੰ ਸੇਵ ਕਰਨਾ ਹੈ, ਕੰਟਰੋਲ ਪਲੱਸ F2 ਹੈਗਾ, ਤੇ ਕੰਟਰੋਲ ਪਲੱਸ ਪੇਜ ਅਪ ਹੈਗਾ ਜਿਹੜਾ ਸਵਿਚ ਟੂ ਪ੍ਰੀਵੀਅਸ ਵਰਕਸ਼ੀਟ। ਕੰਟਰੋਲ ਪੇਜ ਅਪ ਤੇ ਆਹ ਵਾਲਾ ਪੇਜ ਅਪ ਹੁੰਦੀਆਂ ਨੇ ਕੀ ਆਪਣੇ ਕੋਲੇ ਹਨਾ। ਜੇ ਕੰਟਰੋਲ ਤਾਂ ਇਹਦੇ ਚ ਹੈ ਨਹੀਂ, ਪੇਜ ਅਪ ਦੱਬੋਗੇ ਤਾਂ ਪਿਛਲੀ ਪ੍ਰੀਵੀਅਸ ਵਰਕਸ਼ੀਟ ਚ ਵਗ ਜਾਊਗਾ। ਜਿਵੇਂ ਆਪਾਂ ਮੋਰ ਦੈਨ ਵਨ ਵਰਕਸ਼ੀਟ ਇਨਸਰਟ ਕੀਤੀਆਂ ਸੀ ਨਾ, ਜੇ ਕੰਟਰੋਲ ਪੇਜ ਡਾਊਨ ਦੱਬੋਗੇ ਤਾਂ ਨੈਕਸਟ ਤੇ ਚੱਲ ਜਾਊਗਾ। ਡਾਊਨ ਦਾ ਮਤਲਬ ਨੈਕਸਟ ਇੱਧਰ ਨੂੰ ਜਾਂਦਾ, ਇੱਧਰ ਪ੍ਰੀਵੀਅਸ ਨੂੰ ਜਾਂਦਾ। ਕਲੀਅਰ ਹੋਈ ਗੱਲ। ਫਿਰ ਜੇ ਅਸੀਂ ਦੋਨਾਂ ਨੂੰ ਨਾਲ ਜੋੜ ਦਈਏ, ਕੰਟਰੋਲ ਸ਼ਿਫਟ ਤੇ ਪੇਜ ਅਪ ਦੱਬ ਦਈਏ, ਫਿਰ ਸਿਲੈਕਟ ਆਲ ਵਰਕਸ਼ੀਟ ਟੂ ਦੀ ਲੈਫਟ ਹੈਂਡ ਸਾਈਡ। ਦੇਖੋ ਜਿਵੇਂ ਹੁਣ ਇੱਧਰ ਇੱਥੇ ਪਈ ਆ ਵਰਕਸ਼ੀਟ 1, ਵਰਕਸ਼ੀਟ 2, ਵਰਕਸ਼ੀਟ 3, ਵਰਕਸ਼ੀਟ 4,
ਵਰਕਸ਼ੀਟ 5 ਵਰਕਸ਼ੀਟ 6 ਇੱਥੇ ਖੜੇ ਹੋ। ਜੇ ਤੁਸੀਂ ਦੱਬੋਗੇ ਕੰਟਰੋਲ ਸ਼ਿਫਟ ਪੇਜ ਅਪ ਤਾਂ ਇਹ ਵਾਲੀਆਂ ਸਿਲੈਕਟ ਕਰ ਲੂਗਾ, ਜੇ ਕੰਟਰੋਲ ਸ਼ਿਫਟ ਪੇਜ ਡਾਊਨ ਤਾਂ ਇਹ ਰਾਈਟ ਵਾਲੀਆਂ ਸਿਲੈਕਟ ਕਰ ਲੂਗਾ। ਠੀਕ ਹੈ, ਇੰਨੀਆਂ ਜ਼ਿਆਦਾ ਇੰਪੋਰਟੈਂਟ ਹੈ ਨਹੀਂ ਗੀਆਂ ਇਹ, ਬਸ ਛੱਡਣੀਆਂ ਨਹੀਂ, ਪਰ ਮੈਂ ਨਹੀਂ ਬੋਲਦਾ ਵੀ ਇੰਪੋਰਟੈਂਟ ਨਹੀਂ ਹੈਗੀਆਂ, ਪਰ ਤੁਸੀਂ ਛੱਡ ਦੋਗੇ ਕਿਉਂਕਿ ਮੈਂ ਕੋਈ ਗੈਸ ਤਾਂ ਨਹੀਂ ਕਰ ਸਕਦਾ ਵੀ ਇਹ ਆਊਗਾ ਜਾਂ ਨਹੀਂ ਆਊਗਾ। ਹਾਂ, ਜਿਹੜੀਆਂ ਚੀਜ਼ਾਂ ਆਈਆਂ ਹੁੰਦੀਆਂ ਨੇ ਉਹਨਾਂ ਦੇ ਬੇਸ ਤੇ ਥੋੜਾ ਬਹੁਤ ਹੋ ਜਾਣਾ ਹੁੰਦਾ, ਇਹ ਬਹੁਤਾ ਨਹੀਂ। ਤੁਸੀਂ ਡਿਪੈਂਡ ਨਾ ਕਰਿਆ ਕਰੋ, ਕੋਈ ਵੀ ਬੋਲਣ ਲੱਗ ਜਾਂਦਾ ਮੇਰੇ ਵਰਗਾ ਬੈਠ ਕੇ YouTube ਤੇ ਵੀ ਆਹ ਆਊਗਾ ਨਹੀਂ ਆਊਗਾ, ਹਨਾ। ਪਿਛਲੀ ਵਾਰੀ ਵੀ ਹੋਇਆ ਆਪਣਾ ਵੀ ਉਹ ਚੀਜ਼ ਨਾ, ਮੈਂ ਤੈਨੂੰ ਵਾਰੀ-ਵਾਰੀ ਦੱਸਦਾ ਵੀ ਐਵੇਂ ਬੰਦੇ ਪ੍ਰੈਡਿਕਸ਼ਨ ਕਰਨ ਲੱਗ ਜਾਂਦੇ ਨੇ, ਹਨਾ। ਤੇ ਜੇ ਪ੍ਰੈਡਿਕਸ਼ਨ ਸਹੀ ਹੋ ਗਈ ਫਿਰ ਉਹਦਾ ਰੌਲਾ ਪਾਉਣਾ ਵੀ ਦੇਖੋ ਜੀ ਅਸੀਂ ਕਿਹਾ ਸੀ, ਤੇ ਜੇ ਪ੍ਰੈਡਿਕਸ਼ਨ ਮਾੜੀ ਮੋਟੀ ਗਲਤ ਹੋਈ ਫਿਰ ਚੁੱਪ ਕਰ ਜਾਓ। ਇਹ ਕੋਈ ਤਰੀਕਾ ਥੋੜੀ ਹੁੰਦਾ। ਤਾਂ ਆਪਾਂ ਚੀਜ਼ਾਂ ਸਾਰੀਆਂ ਕਰਾਂਗੇ। ਹਾਂ, ਜਿਹੜੀਆਂ ਆਈਆਂ ਹੋਈਆਂ ਨੇ ਉਹਨਾਂ ਤੇ ਮੈਂ ਬੋਲ ਸਕਦਾ ਵੀ ਹਾਂ ਇੰਪੋਰਟੈਂਟ ਨੇ, ਬਾਰ-ਬਾਰ ਜਿਹੜਾ ਪੁੱਛਦਾ ਉਹਨੇ ਕੁ ਬੇਸਿਸ ਤੇ ਆਪਾਂ ਦੱਸ ਸਕਦੇ ਹਾਂ ਚੀਜ਼ਾਂ ਨੂੰ, ਹਨਾ। ਅਗਲਾ ਐਡੀਟਿੰਗ ਤੇ, ਇਹ ਬੜੇ ਸੌਖੇ ਨੇ, ਉਹਦੇ ਵਿੱਚ ਵੀ ਸੇਮ ਯੂਜ਼ ਹੁੰਦੇ ਨੇ। ਕਾਪੀ ਦੇ ਲਈ ਕੰਟਰੋਲ ਸੀ, ਪੇਸਟ ਦੇ ਲਈ ਕੰਟਰੋਲ V, ਕੱਟ ਦੇ ਲਈ ਕੰਟਰੋਲ X, Z ਅਨਡੂ ਹੁੰਦਾ, Y ਰੀਡੂ ਹੁੰਦਾ ਤੇ ਆਹ ਵਾਲਾ ਵੀ ਇੰਪੋਰਟੈਂਟ ਹੈ, ਫਾਈਂਡ ਤੇ ਰਿਪਲੇਸ। ਇਹ ਮੈਂ ਤੁਹਾਨੂੰ ਪਾਵਰ ਪੁਆਇੰਟ 'ਚ ਸ਼ਾਇਦ ਦੱਸਿਆ ਸੀ, ਪਤਾ ਨਹੀਂ ਇੱਥੇ ਦੱਸ ਦੇਣਾ। ਫਾਈਂਡ ਤੇ ਰਿਪਲੇਸ, ਜੇ ਆਪਾਂ ਕੰਟਰੋਲ F ਪ੍ਰੈਸ ਕਰਾਂਗੇ ਫਾਈਂਡ ਐਂਡ ਰਿਪਲੇਸ ਖੁੱਲੂਗਾ। ਕਰਸਰ ਕਿੱਥੇ ਜਾ ਰਿਹਾ? ਫਾਈਂਡ ਤੇ ਜੇ ਆਪਾਂ ਕੰਟਰੋਲ H ਪ੍ਰੈਸ ਕਰਾਂਗੇ ਤਾਂ ਇਹ ਰਿਪਲੇਸ ਤੇ ਕਰਸਰ ਜਾਊਗਾ। ਡਾਇਲੌਗ ਬਾਕਸ ਉਹੀ ਖੁੱਲਿਆ, ਫਾਈਂਡ ਐਂਡ ਰਿਪਲੇਸ ਦਾ। ਕਲੀਅਰ ਹੋਈ ਗੱਲ? ਸੋ ਫਾਈਂਡ ਐਂਡ ਰਿਪਲੇਸ ਦੇ ਨਾਲ ਆਪਾਂ ਸਰਚ ਕਰ ਸਕਦੇ ਹਾਂ। ਕਈ ਵਾਰੀ ਸਵਾਲ ਆਪਾਂ ਨੂੰ ਇਹ ਪੁੱਛ ਲੇ ਵੀ ਸਰਚ ਕਰਨ ਦੇ ਲਈ ਸ਼ਾਰਟਕਟ ਕਿਹੜਾ, ਤਾਂ ਕੰਟਰੋਲ F, ਜੇ ਕੰਟਰੋਲ F ਜਾਂ ਕੰਟਰੋਲ H ਜਿਹੜਾ ਵੀ ਆਪਾਂ ਨੂੰ ਦਿੱਤਾ ਹੋਇਆ। ਠੀਕ ਹੈ, ਅੱਗੇ ਆ ਗਿਆ ਐਡੀਟਿੰਗ ਦੇ ਹੀ, ਇਹ ਵੀ ਪਿਛਲੇ ਵੀ ਐਡੀਟਿੰਗ ਦੇ ਸੀ, ਇਹ ਵੀ ਅੱਗੇ ਹੋਰ ਐਡੀਟਿੰਗ ਦੇ ਨੇ। ਕੰਟਰੋਲ D, ਫਿਲ ਡਾਊਨ ਦੀ ਸਿਲੈਕਟਡ ਸੈੱਲ ਵਿਦ ਕੰਟੈਂਟ ਆਫ ਦੀ ਟੌਪ ਮੋਸਟ ਸੈੱਲ। ਜਿਹੜੇ ਸੈੱਲ ਤੇ ਆਪਾਂ ਖੜੇ ਆ ਉਹਦੇ ਤੋਂ ਪਿਛਲੇ ਵਾਲੇ ਕੰਟੈਂਟ ਇਹ ਫਿਲ ਕਰ ਦਿੰਦਾ, ਹਨਾ। ਕਰਕੇ ਦਿਖਾ ਦੇਣਾ ਮੈਂ ਤੁਹਾਨੂੰ। ਜਿਵੇਂ ਇਹ ਸੈੱਲ ਹੈ, ਇੱਥੇ ਆਪਾਂ ਵੈਲਿਊ 20 ਪਈ ਆ, ਸਾਈਜ਼ ਵੱਡਾ ਕਰ ਲੈਣੇ, ਥੋੜਾ ਜਿਹਾ ਘੱਟ ਦਿਖ ਦੇਣਾ ਤੁਹਾਨੂੰ। ਇੱਥੋਂ ਆਪਾਂ ਜ਼ੂਮ ਇਨ ਕੀਤਾ, 20 ਹੈ। ਇੱਥੇ ਆਪਾਂ ਕੰਟਰੋਲ D ਕਰਕੇ ਦੇਖਦੇ ਹਾਂ ਤਾਂ ਉੱਪਰਲੀ ਵੈਲਿਊ ਨੂੰ ਇਹ ਕਾਪੀ ਕਰਦਾ ਜਾਂਦਾ, ਹਨਾ। ਤੇ ਜੇ ਆਪਾਂ ਕਰ ਦਈਏ ਇੱਥੇ ਕੰਟਰੋਲ R ਤਾਂ ਇਹ ਲੈਫਟ ਹੈਂਡ ਸਾਈਡ ਵਾਲੀ ਵੈਲਿਊ ਨੂੰ ਰਾਈਟ ਹੈਂਡ ਸਾਈਡ ਤੇ ਪਲੇਸ ਕਰ ਦਿੰਦਾ। ਜਿਵੇਂ ਇੱਥੇ 38 ਹੈਗਾ ਤੇ ਇੱਥੇ ਇਹ ਸੈੱਲ ਤੇ ਜਾ ਕੇ ਮੈਂ ਕਰ ਦੇਣਾ ਕੰਟਰੋਲ R ਤਾਂ ਇਹ ਲੈਫਟ ਹੈਂਡ ਸਾਈਡ ਵਾਲੀ ਵੈਲਿਊ ਨੂੰ ਰਾਈਟ ਹੈਂਡ ਸਾਈਡ ਵਾਲੀ ਵੈਲਿਊ 'ਚ ਫਿਲ ਕਰ ਦਿੰਦਾ। ਜੇ ਆਪਾਂ ਨੀਚੇ ਜਾ ਕੇ ਕਰ ਦਾਂਗੇ ਕੰਟਰੋਲ D ਤਾਂ ਉੱਪਰਲੀ ਵੈਲਿਊ ਨੂੰ ਨੀਚੇ ਕਾਪੀ ਕਰ ਦਿੰਦਾ। ਯਾਦ ਕਰੋ ਆਪਾਂ ਕੀਤਾ ਸੀ ਪਾਵਰ ਪੁਆਇੰਟ ਦੇ ਵਿੱਚ ਕੰਟਰੋਲ D ਕੀ ਕਰਦਾ ਸੀ? ਡੁਪਲੀਕੇਟ ਕਰ ਦਿੰਦਾ ਸੀ ਸਲਾਈਡ ਨੂੰ, ਜਾਂ ਕਹਿ ਸਕਦਾ ਕਿਸੇ ਆਬਜੈਕਟਸ ਨੂੰ। ਆਪਾਂ ਬਾਈਨਰੀ ਸਟਰਕਚਰ ਵਾਲੇ ਉਹ ਡੱਬੇ ਜਿਹੇ ਬਣੇ ਦੇਖੇ ਸੀ, ਉਹਨਾਂ ਨੂੰ ਉਹਨੇ ਕੀ ਕਰਤਾ ਸੀ? ਡੁਪਲੀਕੇਟ ਕਰਤਾ ਸੀ, ਹਨਾ। ਤਾਂ ਕੰਟਰੋਲ D ਜਿਹੜਾ ਹੈ ਇਹ ਡੁਪਲੀਕੇਟ ਦੇ ਲਈ ਵਰਤਿਆ ਜਾਂਦਾ। ਕੰਟਰੋਲ R ਤੁਹਾਨੂੰ ਮੈਂ ਦੱਸ ਚੁੱਕਿਆ। F2 ਹੁੰਦਾ ਐਡਿਟ ਦੀ ਐਕਟਿਵ ਸੈੱਲ। ਕਿਸੇ ਐਕਟਿਵ ਸੈੱਲ ਦੇ ਵਿੱਚ ਆਪਾਂ ਕੁਝ ਕਰਨਾ ਤੇ F2 ਦੱਬ ਦਿਓ, ਉੱਥੇ ਤੁਸੀਂ ਲਿਖ ਸਕਦੇ ਹੋ। ਕੰਟਰੋਲ 1 ਹੁੰਦਾ ਓਪਨ ਦੀ ਫਾਰਮੈਟ ਸੈੱਲ ਡਾਇਲੌਗ ਬਾਕਸ। ਮੈਂ ਦੋਨੋਂ ਚੀਜ਼ਾਂ ਕਰਕੇ ਦਿਖਾ ਦੇਣਾ। ਇਹ ਸੈੱਲ ਤੇ ਆਪਾਂ ਗਏ, ਇਹਦੇ ਵਿੱਚ ਲਿਖਣਾ, ਚਾਹੇ ਤਾਂ ਡਬਲ ਕਲਿੱਕ ਕਰ ਦਿਓ, ਲਿਖਣਾ ਸ਼ੁਰੂ ਕਰ ਦੇਣਾ। ਮੈਂ ਆਪਣਾ ਨਾਮ ਲਿਖ ਦੇਣਾ ਕੁਲਦੀਪ, ਚਾਹੇ ਇੱਥੇ ਜਾ ਕੇ ਤੁਸੀਂ F2 ਕਰ ਦਿਓ ਤਾਂ ਵੀ ਤੁਹਾਡਾ ਲਿਖਣਾ ਸ਼ੁਰੂ ਹੋ ਜਾਊਗਾ। ਠੀਕ ਹੈ, ਕੁਲਦੀਪ ਸਿੰਘ ਸਿੱਧੂ ਮੈਂ ਲਿਖਿਆ। ਤਾਂ F2 ਆਪਾਂ ਉੱਥੇ ਪੜਿਆ ਸੀ ਰੀਨੇਮ ਦੇ ਲਈ, ਤਾਂ ਇੱਥੇ ਲਿਖਣ ਦੇ ਲਈ ਬਹੁਤ ਸਾਰੇ ਫੰਕਸ਼ਨ ਨੇ। ਜਦੋਂ ਇਹ ਕੰਪਲੀਟ ਹੋ ਜਾਣਗੇ ਸ਼ਾਰਟਕਟ ਕੀਜ਼, ਉਸ ਤੋਂ ਬਾਅਦ ਆਪਾਂ ਫੰਕਸ਼ਨ ਕੀਜ਼ ਬਾਰੇ ਵੀ ਗੱਲ ਕਰਾਂਗੇ, F1 ਤੋਂ ਲੈ ਕੇ F12 ਬਾਰੇ। ਤਾਂ ਹੁਣ ਯਾਦ ਰੱਖਣਾ F2 ਐਕਸਲ ਦੇ ਵਿੱਚ ਕੀ ਕਰਦਾ? ਐਕਟਿਵ ਸੈੱਲ ਦੇ ਵਿੱਚ ਕੁਝ ਲਿਖਣਾ ਹੋਵੇ ਇਨਸਰਟ ਕਰ ਸਕਦੇ ਹਾਂ ਅਸੀਂ, ਤੇ ਉੱਥੇ ਆਪਣਾ ਪਾਵਰ ਪੁਆਇੰਟ ਦੇ ਵਿੱਚ ਰੀਨੇਮ ਦੇ ਲਈ ਵਰਤਿਆ ਜਾਂਦਾ। ਜਨਰਲੀ ਵੀ ਕੋਈ ਫਾਈਲ ਤੇ ਆਪਾਂ F2 ਪ੍ਰੈਸ ਕਰਾਂਗੇ ਤਾਂ ਰੀਨੇਮ ਕਰੂਗਾ ਉਹ। ਤੇ ਕੰਟਰੋਲ 1 ਦੇ ਨਾਲ ਦੇਖੋ ਫਾਰਮੈਟ ਡਾਇਲੌਗ ਬਾਕਸ ਖੁੱਲਦਾ। ਡਾਇਲੌਗ ਬਾਕਸ ਜਿਹ ਸੈੱਲ ਸਾਰਾ ਅਸੀਂ ਕਰ ਸਕਦੇ ਹਾਂ, ਉਸਨੂੰ ਫੌਂਟ ਵਗੈਰਾ ਸੈੱਟ ਕਰ ਸਕਦੇ ਹਾਂ, ਹਨਾ। ਤਾਂ ਫਾਰਮੈਟ ਸੈੱਲ ਡਾਇਲੌਗ ਬਾਕਸ ਖੁੱਲਦਾ ਕੰਟਰੋਲ 1 ਦੇ ਨਾਲ। ਠੀਕ ਹੈ, ਇਹ ਵੀ ਯਾਦ ਰੱਖਣਾ। ਨੈਕਸਟ ਹੈਗਾ ਨੈਵੀਗੇਸ਼ਨ ਐਂਡ ਸਿਲੈਕਸ਼ਨ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸਿਲੈਕਟ ਐਂਟਾਇਰ ਵਰਕਸ਼ੀਟ ਕਰਨੀ ਹੈ ਕੰਟਰੋਲ A, ਕੰਟਰੋਲ G ਜਾਂ F5, ਗੋ ਟੂ ਸਪੈਸਿਫਿਕ ਸੈੱਲ ਔਰ ਰੇਂਜ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਕਿਸੇ ਸਪੈਸਿਫਿਕ ਸੈੱਲ ਜਾਂ ਰੇਂਜ ਤੇ ਜਾਣਾ, ਕੰਟਰੋਲ G ਤੇ ਜਾਂ ਕੰਟਰੋਲ ਕੱਲਾ F ਯੂਜ਼ ਕੀਤਾ ਜਾਂਦਾ ਹੈ। ਤੇ ਤੁਹਾਨੂੰ ਯਾਦ ਹੋਣਾ ਵੀ ਪਾਵਰ ਪੁਆਇੰਟ ਦੇ ਵਿੱਚ ਆਪਾਂ ਦੇਖਿਆ ਸੀ ਮਲਟੀਪਲ ਆਬਜੈਕਟਸ ਨੂੰ ਆਪਾਂ ਸਿਲੈਕਟ ਕਰਕੇ ਕੰਟਰੋਲ G ਕਰ ਦਿੰਦੇ ਸੀ ਤਾਂ ਕੀ ਹੋ ਜਾਂਦਾ ਸੀ? ਗਰੁੱਪਿੰਗ ਹੋ ਜਾਂਦੀ ਸੀ ਆਪਸ ਦੇ ਵਿੱਚ, ਹਨਾ। ਸਿਮਿਲਰਲੀ ਇਹ ਮੈਂ ਤੁਹਾਨੂੰ ਕਰਕੇ ਦਿਖਾ ਦੇਣਾ। ਪਹਿਲਾਂ ਉੱਪਰ ਵਾਲਾ ਕੰਟਰੋਲ A ਤਾਂ ਚਲੋ ਇਹ ਤਾਂ ਸੌਖਾ ਹੀ ਹੈ, ਇਹ ਕਰ ਦਿੰਦੇ ਆਪਾਂ ਕੰਟਰੋਲ A,
ਹਨਾ। ਤੇ ਜੇ ਕੰਟਰੋਲ ਜੀ ਕਰਨਾ ਆਪਾਂ ਤਾਂ ਕੰਟਰੋਲ ਜੀ ਕਹਿੰਦਾ ਗੋ ਟੂ ਸਪੈਸੀਫਿਕ, ਇੱਥੇ ਰੈਫਰੈਂਸ ਦੇ ਦਾਂਗੇ। ਮੈਂ ਕਿਹਾ A4 ਤੇ ਲੈ ਜਾ ਮੈਨੂੰ, ਕਹਿੰਦਾ ਚੱਲ ਫਿਰ ਆ ਜਾ A4 ਤੇ, A4 ਤੇ ਲੈ ਗਿਆ ਹਨਾ। ਸੋ ਇਸ ਤਰੀਕੇ ਦੇ ਨਾਲ ਆਪਾਂ ਗੋ ਟੂ ਦੇ ਨਾਲ ਜਾ ਸਕਦੇ ਹਾਂ। ਤੇ F5 ਵੀ ਸੇਮ ਕੰਮ ਕਰਦਾ। ਜੇ ਤੁਹਾਨੂੰ ਯਾਦ ਹੋਵੇ ਤਾਂ ਪਾਵਰ ਪੁਆਇੰਟ ਦੇ ਵਿੱਚ F5 ਦਾ ਕੀ ਕੰਮ ਸੀ? F5 ਦੇ ਨਾਲ ਅਸੀਂ ਪ੍ਰੈਜੈਂਟੇਸ਼ਨ ਸਟਾਰਟ ਕਰ ਸਕਦੇ ਸੀ, ਕਿੱਥੋਂ? ਸਟਾਰਟਿੰਗ ਤੋਂ। ਸਲਾਈਡ ਸ਼ੋ ਸਟਾਰਟ ਕਰ ਸਕਦੇ ਸੀ ਸਟਾਰਟਿੰਗ ਤੋਂ। ਦੇਖੋ ਮੈਂ ਇੱਥੇ ਲਿਖ ਦਿੰਦਾ F5 ਦੇ ਨਾਲ ਸਲਾਈਡ ਸ਼ੋ ਕਿੱਥੋਂ? ਸਟਾਰਟਿੰਗ ਤੋਂ। ਸਟਾਰਟਿੰਗ ਇੱਥੇ ਜੀ ਲਿਖਦੇ ਆ, ਚਲ ਦੁਬਾਰੇ ਢਾ ਕੇ ਲਿਖ ਦਿੰਦੇ F5 ਸਲਾਈਡ ਸ਼ੋ ਸਟਾਰਟਿੰਗ ਤੋਂ, ਠੀਕ ਹੈ। ਤੇ ਜੇ ਅਸੀਂ ਜਿੱਥੇ ਖੜੇ ਆ ਉੱਥੋਂ ਜਾਣਾ ਹੋਵੇ, ਸ਼ਿਫਟ ਪਲੱਸ F5, ਇਹ ਚੀਜ਼ਾਂ ਵੀ ਕਰ ਚੁੱਕੇ ਆ ਆਪਾਂ। ਸਲਾਈਡ ਸ਼ੋ ਕਰੰਟ ਪੋਜੀਸ਼ਨ ਤੋਂ, ਜਿੱਥੇ ਤੀਜੀ ਚੌਥੀ ਸਲਾਈਡ ਤੇ ਖੜੇ ਆ ਉੱਥੋਂ ਇੱਥੇ ਲਿਖ ਦੇਣਾ ਕਰੰਟ ਪੋਜੀਸ਼ਨ। ਪੂਰਾ ਤਾਂ ਕਿ ਹੁਣ ਵੀ ਨਹੀਂ ਆਉਣਾ, ਹੁਣ ਵੀ ਥੱਲੇ ਲਿਖਣਾ ਪਊ। ਹਾਂ, ਕਰੰਟ ਪੋਜੀਸ਼ਨ। ਤਾਂ ਇਹ ਯਾਦ ਰੱਖਣਾ ਹੈ। ਕੰਟਰੋਲ ਜੀ ਤੇ F5 ਗੋ ਟੂ ਵੀ ਹੈਗੇ ਨੇ, ਤੇ ਬਟ ਇਹ ਪਾਵਰ ਪੁਆਇੰਟ ਦੇ ਵਿੱਚ ਸਲਾਈਡ ਸ਼ੋ ਸਟਾਰਟਿੰਗ ਤੋਂ, ਤੇ ਜੇ ਸਲਾਈਡ ਸ਼ੋ ਆਪਾਂ ਕਰਨਾ ਹੋਵੇ ਕਰੰਟ ਜਿੱਥੇ ਖੜੇ ਆ ਤਾਂ ਸ਼ਿਫਟ F5। ਇੱਕ ਚੀਜ਼ ਯਾਦ ਰੱਖਣੀ, ਠੀਕ ਹੈ। ਹੁਣ ਅੱਗੇ ਆ ਗਿਆ ਆਪਣੇ ਕੋਲੇ, ਜੇ ਅਸੀਂ ਐਂਟਾਇਰ ਕਾਲਮ ਸਿਲੈਕਟ ਕਰਨਾ ਹੋਵੇ, ਜੇ ਹੁਣ ਆ ਆਪਣੇ ਕੋਲੇ ਰੋ ਹੁੰਦਾ, ਆ ਪੂਰੇ ਦਾ ਪੂਰਾ ਕਾਲਮ ਹੁੰਦਾ, ਇੱਥੋਂ ਖੜ ਕੇ ਪੂਰਾ ਕਾਲਮ ਸਿਲੈਕਟ ਕਰਨਾ ਤਾਂ ਅਸੀਂ ਕੀ ਕਰਾਂਗੇ? ਕੰਟਰੋਲ ਪਲੱਸ ਸਪੇਸ ਬਾਰ। ਤੇ ਆ ਦੇਖੋ ਸੀ ਤੋਂ ਯਾਦ ਰੱਖਿਓ, ਕਾਲਮ ਦੇ ਵਿੱਚ ਸੀ ਹੈ ਤਾਂ ਕੰਟਰੋਲ ਪਲੱਸ ਸਪੇਸ ਬਾਰ। ਤੇ ਜੇ ਅਸੀਂ ਐਂਟਾਇਰ ਰੋ ਸਿਲੈਕਟ ਕਰਨੀ ਆ ਤਾਂ ਫਿਰ ਸ਼ਿਫਟ ਪਲੱਸ ਸਪੇਸ ਬਾਰ। ਇਹ ਚੀਜ਼ਾਂ ਕਰਕੇ ਦਿਖਾਉਣਾ ਮੈਂ ਤੁਹਾਨੂੰ, ਫਿਰ ਤੁਹਾਨੂੰ ਥੋੜੀ ਜਿਹੀ ਹੋਰ ਜ਼ਿਆਦਾ ਕਲੀਅਰ ਹੋ ਜਾਣਗੀਆਂ। ਤੇ ਜੇ ਆਪਾਂ ਇਸ ਰੋ ਤੇ ਖੜੇ ਆ, ਕੰਟਰੋਲ ਪਲੱਸ ਸਪੇਸ ਬਾਰ, ਦੇਖੋ ਐਂਟਾਇਰ ਕਾਲਮ ਸਿਲੈਕਟ ਹੋ ਗਿਆ, ਕਾਲਮ ਦੇ ਲਈ ਕੰਟਰੋਲ ਦੱਬਿਆ ਮੈਂ। ਤੇ ਜੇ ਮੈਂ ਸਿਲੈਕਟ ਕਰਨਾ ਇੱਥੇ ਖੜਾਂਗਾ, ਮੈਂ ਦਬਦਾ ਸ਼ਿਫਟ ਪਲੱਸ ਸਪੇਸ ਬਾਰ, ਤਾਂ ਐਂਟਾਇਰ ਰੋ ਸਿਲੈਕਟ ਹੋ ਗਈ। ਕਲੀਅਰ ਹੈ ਗੱਲ? ਤਾਂ ਰੋ ਦੇ ਲਈ ਆਪਣੇ ਕੋਲੇ ਸ਼ਿਫਟ ਹੈ, ਤੇ ਕਾਲਮ ਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਕਾਲਮ ਦੇ ਲਈ ਕੰਟਰੋਲ ਹੈ। ਸਪੇਸ ਬਾਰ ਦੋਨਾਂ ਦੇ ਵਿੱਚ ਆਊਗਾ, ਠੀਕ ਹੈ। ਐਰੋ ਕੀ ਦੇ ਨਾਲ ਆਪਾਂ ਉੱਪਰ ਨੀਚੇ ਜਾ ਸਕਦੇ ਹਾਂ, ਅਪ ਐਂਡ ਡਾਊਨ ਜਾ ਸਕਦੇ ਹਾਂ। ਕੰਟਰੋਲ ਪਲੱਸ ਹੋਮ ਕਰ ਦਈਏ ਬਿਗਨਿੰਗ ਆਫ ਦਾ ਵਰਕਸ਼ੀਟ, ਜਿਵੇਂ ਇਹ ਕਲਰਕ ਦੇ ਪੇਪਰ 'ਚ ਵੀ ਉਹਨੇ ਪੁੱਛਿਆ ਸੀ ਹਨਾ, ਇਹ ਸਵਾਲ ਪੁੱਛ ਲੈਂਦਾ ਹੁੰਦਾ। ਕੰਟਰੋਲ ਹੋਮ ਤੇ ਕੰਟਰੋਲ ਐਂਡ ਕਿੱਥੇ ਜਾਂਦਾ? ਐਂਡ ਆਫ ਦਾ ਵਰਕਸ਼ੀਟ। ਇਹ ਦੋਨੋਂ ਯਾਦ ਰੱਖਣ ਵਾਲੇ ਨੇ। ਇਹਦੀ ਆਪਾਂ ਡਾਇਗਰਾਮ ਵੀ ਦੇਖ ਸਕਦੇ ਹਾਂ, ਜਿਵੇਂ ਕੰਟਰੋਲ ਪਲੱਸ H ਹੈ ਜਾਂ F5 ਹੈ, ਕੀ ਕਰਦਾ ਇਹ? ਗੋ ਟੂ ਓਪਨ ਕਰਦਾ। ਸਿਮਿਲਰਲੀ ਜੇ ਆਪਾਂ ਗੱਲ ਕਰੀਏ, ਆਪਾਂ ਸਿਲੈਕਟ ਕਰਨਾ ਇੱਕ ਕਾਲਮ ਕਹਿ ਲਓ, ਕੰਟਰੋਲ ਪਲੱਸ ਸਪੇਸ ਬਾਰ। ਤੇ ਜੇ ਆਪਾਂ ਸਿਲੈਕਟ ਕਰਨਾਗਾ ਰੋ, ਸ਼ਿਫਟ ਪਲੱਸ ਸਪੇਸ ਬਾਰ। ਤਾਂ ਐਂ ਕਹਿ ਲਓ ਵੀ ਜਿਹੜਾ ਰੋ ਹੁੰਦਾ, ਆਹ ਰੋ ਹੁੰਦਾ, ਇਹ ਸੁੱਤਾ ਹੀ ਰਹਿੰਦਾ, ਐਸ ਤੇ ਸੁੱਤਾ ਹੀ ਰਹਿੰਦਾ। ਯਾਦ ਰੱਖ ਲਿਓ, ਐਸ ਤੇ ਸ਼ਿਫਟ, ਐਸ ਤੇ ਸਪੇਸ ਬਾਰ, ਸੁੱਤਾ ਰਹਿੰਦਾ ਸਾਰਾ ਦਿਨ, ਐਸ ਤੇ ਸੁੱਤਾ ਰਹਿੰਦਾ, ਐਸ ਤੇ ਸਾਰਾ ਦਿਨ ਸਪੇਸ ਸ਼ਿਫਟ ਪਲੱਸ ਸਪੇਸ ਬਾਰ, ਠੀਕ ਹੈ। ਸੀ ਤੇ ਖੜਾ ਤਾਂ ਨਹੀਂ ਬਣੂਗਾ ਹੁਣ ਮੈਨੂੰ ਲੱਗਦਾ। ਸੀ ਤੇ ਆਪਾਂ ਕਹਿ ਸਕਦੇ ਹਾਂ, ਸੀ ਤੇ ਵੈਸੇ ਤੁਹਾਨੂੰ ਯਾਦ ਹੈ ਕਾਲਮ, ਇਸ ਤਰੀਕੇ ਨਾਲ ਯਾਦ ਰੱਖ ਸਕਦੇ। ਕਲੀਅਰ ਹੋਈ ਗੱਲ? ਸੋ ਉਸ ਤੋਂ ਬਾਅਦ ਕੰਟਰੋਲ ਪਲੱਸ ਐਰੋ ਕੀ, ਤਾਂ ਇਹਦੇ ਨਾਲ ਹੁੰਦਾ ਮੂਵ ਟੂ ਦੀ ਐਜ ਆਫ ਦੀ ਕਰੰਟ ਡੇਟਾ ਰੀਜਨ। ਜਿਵੇਂ ਹੁਣ ਆਪਾਂ ਕਰਕੇ ਦਿਖਾਉਣਾ ਮੈਂ ਤੁਹਾਨੂੰ ਚੀਜ਼ਾਂ, ਕੰਟਰੋਲ ਪਲੱਸ ਐਰੋ ਕੀ। ਆ ਦੇਖੋ ਇੱਥੇ ਖੜੇ ਆਪਾਂ, ਕੰਟਰੋਲ ਤੇ ਐਰੋ ਕੀ, ਐਂਡ ਤੱਕ ਲੈ ਗਿਆ ਸਿਲੈਕਸ਼ਨ ਟੋਟਲ, ਹਨਾ। ਇੱਕ ਮਿੰਟ, ਪਹਿਲਾਂ ਐਰੋ ਕੀ ਦੇ ਨਾਲ ਦੇਖਦੇ ਆ। ਐਰੋ ਕੀ ਦੇ ਨਾਲ ਆਪਾਂ ਉੱਪਰ ਨੀਚੇ ਜਾ ਸਕਦੇ ਹਾਂ। ਤੇ ਜੇ ਆਪਾਂ ਪ੍ਰੈਸ ਕਰ ਲਈਏ ਸ਼ਿਫਟ ਡਾਊਨ ਐਰੋ ਕੀ, ਨੀਚੇ ਨੂੰ ਸਿਲੈਕਟ ਹੋ ਗਿਆ। ਸ਼ਿਫਟ ਰਾਈਟ ਹੈਂਡ ਸਾਈਡ ਤੇ ਇੱਧਰ ਕਰ ਸਕਦੇ ਹਾਂ, ਸ਼ਿਫਟ ਲੈਫਟ ਹੈਂਡ ਸਾਈਡ ਤੇ ਇੱਧਰ ਜਾ ਸਕਦੇ ਹਾਂ, ਸ਼ਿਫਟ ਅਪ ਇੱਧਰ ਨੂੰ ਜਾ ਸਕਦੇ ਹਾਂ, ਹਨਾ। ਇੰਨੀ ਗੱਲ ਕਲੀਅਰ ਹੋ ਗਈ? ਇਹ ਹੋ ਗਏ ਸ਼ਿਫਟ ਵਾਲੇ। ਸ਼ਿਫਟ ਐਰੋ ਕੀ ਦੇ ਨਾਲ ਸਿਲੈਕਟ ਦੀ ਰੇਂਜ ਆਫ ਸੈੱਲ। ਤੇ ਜੇ ਆਪਾਂ ਕਰਦੇ ਹਾਂ ਕੰਟਰੋਲ ਪਲੱਸ ਐਰੋ ਕੀ, ਹੁਣ ਆਪਾਂ ਕਰਕੇ ਦੇਖਦੇ ਹਾਂ। ਇੱਥੇ ਜਾ ਕੇ ਕੰਟਰੋਲ ਮੈਂ ਕਰ ਰਿਹਾ ਰਾਈਟ ਐਰੋ ਕੀ, ਦੇਖੋ ਬਿਲਕੁਲ ਐਂਡ ਤੱਕ ਲੈ ਜਾਂਦਾ ਆਪਾਂ ਨੂੰ, ਹਨਾ। ਤੇ ਜੇ ਆਪਾਂ ਉੱਪਰੋਂ ਪ੍ਰੈਸ ਕਰਦੇ ਹਾਂ ਕੰਟਰੋਲ ਡਾਊਨ ਐਰੋ ਕੀ, ਤਾਂ ਟੋਟਲ ਆਪਾਂ ਨੂੰ ਕਿੰਨੇ ਨੰਬਰ ਆਫ ਇਹਦੇ ਵਿੱਚ ਕਾਲਮ ਹੋ ਸਕਦੇ ਨੇ? 1,48,576 ਇਹਦੇ ਵਿੱਚ ਕਾਲਮ ਹੋ ਸਕਦੇ ਨੇ। ਆਹ ਵਾਲਾ ਜਿਹੜਾ ਇੰਨੇ ਆਪਣੇ ਕੋਲੇ ਕਹਿ ਲਓ ਵੀ ਇਹ ਡਿਕੋਡ ਕਰ ਲਿਓ, ਆ 10 ਹੁੰਦਾ FD, ਜਿੰਨੇ ਵੀ ਬਣਨਗੇ ਉਸ ਹਿਸਾਬ ਨਾਲ, ਹਨਾ।
ਇਹ ਮੈਨੂੰ ਹੁਣ ਰੋਮਨ ਅੱਖਰ ਨੇ, ਮੈਂ ਨੈਕਸਟ ਪਾਰਟ ਦੇ ਵਿੱਚ ਤੁਹਾਨੂੰ ਦੱਸ ਸਕਦਾ। ਇਹ ਵੈਸੇ ਆਪਾਂ ਕਰਾਇਆ ਵੀ ਹੋਇਆ ਵੀ ਮੈਕਸਿਮਮ ਕਾਲਮ ਕਿੰਨੇ ਹੋ ਸਕਦੇ ਨੇ, ਮੈਕਸਿਮਮ ਰੋ ਕਿੰਨੀਆਂ ਹੋ ਸਕਦੀਆਂ, 10,48,576 ਮੈਕਸਿਮਮ ਰੋ ਹੋ ਸਕਦੇ ਨੇ, ਹਨਾ। ਸੋ ਇਹਨੇ ਦੱਸਿਆ ਕੀ ਹੈ ਇਸ ਦੇ ਵਿੱਚ, ਕੰਟਰੋਲ ਪਲੱਸ ਐਰੋ ਕੀ ਹੈ, ਮੂਵ ਟੂ ਦੀ ਐਜ ਆਫ ਦੀ ਕਰੰਟ ਡੇਟਾ ਰੀਜਨ, ਕਹਿੰਦਾ ਐਂਡ ਤੇ ਚਲਾ ਜਾਂਦਾ, ਚਾਹੇ ਉਹ ਆਪਾਂ ਰੋ ਵਾਈ ਜਾਈਏ ਚਾਹੇ ਕਾਲਮ ਵਾਈ ਜਾਈਏ, ਹਨਾ। ਤੇ ਜਦੋਂ ਅਸੀਂ ਦੋਨੋਂ ਪ੍ਰੈਸ ਕਰ ਦਿੰਦੇ ਆ, ਕੰਟਰੋਲ ਸ਼ਿਫਟ ਪਲੱਸ ਐਰੋ ਕੀ, ਐਕਸਟੈਂਡ ਦੀ ਸਿਲੈਕਸ਼ਨ ਟੂ ਦੀ ਲਾਸਟ ਨੌਨ ਬਲੈਂਕ ਸੈੱਲ, ਤਾਂ ਦੋਨਾਂ 'ਚ ਫਰਕ ਦੇਖਦੇ ਆਪਾਂ। ਜੇ ਆਪਾਂ ਇੱਥੇ ਖੜੇ ਆ, ਮੰਨ ਲਓ ਕੰਟਰੋਲ ਹੁਣ ਆਪਾਂ ਪ੍ਰੈਸ ਕਰਦੇ ਆ ਲੈਫਟ, ਤਾਂ ਬਿਲਕੁਲ ਲੈਫਟ ਤੇ ਲੈ ਗਿਆ, ਕੰਟਰੋਲ ਅਪ ਤੇ ਲੈ ਗਿਆ, ਹਨਾ, ਪਹਿਲੇ ਸੈੱਲ ਤੇ। ਹੁਣ ਮੈਂ ਦੱਬਿਆ ਸੀਗਾ ਕੰਟਰੋਲ ਰਾਈਟ ਐਰੋ ਕੀ, ਬਿਲਕੁਲ ਜਾਨੀ ਕਿ ਰੋ ਵਾਈਜ਼ ਐਂਡ ਤੇ। ਜੇ ਮੈਂ ਦੱਬੂਗਾ ਕੰਟਰੋਲ ਡਾਊਨ ਐਰੋ ਕੀ ਤਾਂ ਬਿਲਕੁਲ ਐਂਡ ਤੇ, ਹਨਾ। ਤੇ ਹੁਣ ਆਪਾਂ ਜਾਵਾਂਗੇ ਲੈਫਟ ਤੇ ਟੌਪ ਅਪ ਦੇ ਨਾਲ। ਤੇ ਹੁਣ ਆਪਾਂ ਇੱਥੇ ਜਾ ਕੇ ਆਪਾਂ ਸਿਲੈਕਟ ਕਰਦੇ ਆ ਡੇਟਾ ਤੇ ਖੜੇ ਆ। ਸਪੋਜ਼ ਕਰੋ ਇਸ ਤਰ੍ਹਾਂ ਆਪਣੇ ਕੋਲੇ 12 14 16, ਇਹਨੂੰ ਆਪਾਂ ਦੋ ਦੇ ਡਿਫਰੈਂਸ ਨਾਲ ਕਿਵੇਂ ਵਧਾ ਸਕਦੇ ਆ, ਜਦੋਂ ਆਹ ਐਰੋ ਜਾਂ ਡੱਬਾ ਜਾਂ ਚੌਰਸ ਜਾਂ ਨੀਚੇ ਲਿਆਉਂਗੇ ਥਿੱਕ ਜਿਹਾ ਬਣ ਜਾਊਗਾ, ਫੜ ਕੇ ਥੱਲੇ ਨੂੰ ਖਿੱਚ ਲਿਓ ਐ। ਮੰਨ ਲਓ ਇੱਥੋਂ ਤੱਕ ਪਿਆ, ਕਿੱਥੋਂ ਤੱਕ 206 ਨੰਬਰ ਤੱਕ ਪਿਆ। ਹੁਣ ਆਪਾਂ ਨੂੰ ਪਤਾ ਨਹੀਂ ਵੀ ਕਿੱਥੋਂ ਤੱਕ ਪਿਆ। ਇੱਥੇ ਖੜ ਕੇ ਜੇ ਅਸੀਂ ਪ੍ਰੈਸ ਕਰਦੇ ਆ ਕੰਟਰੋਲ ਸ਼ਿਫਟ ਤੇ ਡਾਊਨ ਐਰੋ, ਤਾਂ ਇਹ ਉੱਥੋਂ ਤੱਕ ਸਿਲੈਕਟ ਕਰ ਦੂਗਾ ਨੌਨ ਬਲੈਂਕ ਸੈੱਲ ਤੱਕ, ਠੀਕ ਹੈ। ਕੰਟਰੋਲ ਸ਼ਿਫਟ ਐਰੋ ਕੀ ਕਰਦਾ, ਨੌਨ ਬਲੈਂਕ ਸੈੱਲ ਤੱਕ ਆਪਣੀ ਸਿਲੈਕਸ਼ਨ ਕਰਦਾ ਜਿੱਥੋਂ ਤੱਕ ਡੇਟਾ ਪਿਆ ਆਪਣੇ ਕੋਲ। ਕਲੀਅਰ ਹੋਈ ਗੱਲ? ਦੇਖੋ ਕਿੰਨੇ ਵਧੀਆ ਸ਼ਾਰਟਕਟ ਨੇ ਯਾਰ, ਦੇਖ ਕੇ ਐਂ ਜੀ ਕਰੀ ਜਾਂਦਾ ਵੀ ਜਿਵੇਂ ਆਪਾਂ ਨੂੰ ਕੋਈ ਖਾਣ ਪੀਣ ਵਾਲੀ ਚੀਜ਼ ਦੇਖ ਲਈਏ ਵੀ ਇਹ ਖਾਣ ਨੂੰ ਜੀ ਕਰਦਾ। ਮੈਨੂੰ ਲੱਗਦਾ ਵੀ ਇਹ ਸ਼ਾਰਟਕਟ ਦੇਖ ਕੇ ਤੁਹਾਡਾ ਜੀ ਕਰਦਾ ਹੋਣਾ ਵੀ ਕਰਕੇ ਹੀ ਦੇਖ ਲਈਏ, ਵੀ ਇਹ ਤਾਂ ਬੜਾ ਸਵਾਦ ਜਿਹਾ ਆਉਂਦਾ, ਵੀ ਕੰਮ ਅਸੀਂ ਕਰਦੇ ਆ ਤੇ ਸਾਨੂੰ ਤਾਂ ਪਤਾ ਹੀ ਨਹੀਂ, ਅਸੀਂ ਤਾਂ ਬੜਾ ਔਖਾ ਹੋ ਕੇ ਕੰਮ ਕਰਦੇ ਆ। ਤਾਂ ਉਹ ਜਿਵੇਂ ਇੱਕ ਕਹਾਣੀ ਨਹੀਂ ਸੁਣਾਉਂਦੇ ਹੁੰਦੇ, ਵੀ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ, ਵੀ ਕਹਿੰਦੇ ਦੋ ਬੰਦਿਆਂ ਨੂੰ ਨਾ ਕੁਹਾੜੀਆਂ ਦਿੱਤੀ, ਕੁਹਾੜੀ ਇਹਨੂੰ ਕਹਿੰਦੇ ਹੋ, ਦਿੱਤੀਆਂ ਗਈਆਂ ਵੀ ਤੁਸੀਂ ਟਾਹਲੀ ਵੱਢਣੀ ਆ। ਤੇ ਇੱਕ ਕੋਈ ਆਪਣੇ ਵਰਗਾ ਸੀਗਾ, ਉਹਨੇ ਬਈ ਫੜੀ ਕੁਹਾੜੀ ਤੇ ਵੱਢਣ ਬਣ ਗਿਆ, ਵੱਢੀ ਗਿਆ 10 ਮਿੰਟ ਦੇ ਵੀ 10 ਮਿੰਟਾਂ 'ਚ ਦੇਖਦੇ ਆ ਟਾਹਲੀ ਵੱਢ, ਟਾਹਲੀ ਮੋਟੀ ਨਹੀਂ ਹੋਣੀ ਬੜੀ, 10 ਮਿੰਟਾਂ 'ਚ ਤਾਂ ਕਿੱਥੇ ਵੱਢੇ, ਪਤਲੀ ਟਾਹਲੀ ਸੀ, ਐਂ ਕਹਿ ਲਓ 3-4 ਇੰਚ ਦੀ ਸੀ, 5 ਇੰਚ ਦੀ ਕਹਿ ਲਓ, 4 ਇੰਚ ਦੀ ਵੀ ਛੋਟੀ ਹੋ ਗਈ। ਤੇ ਉਹ 10 ਮਿੰਟ ਲੱਗਿਆ ਰਿਹਾ ਬੰਦਾ ਟਾਹਲੀ ਤੇ, ਉਹ ਤਾਂ ਟਾਹਲੀ ਨਹੀਂ ਵੱਢੀ ਗਈ, ਕਿਉਂਕਿ ਉਹਦੀ ਕੁਹਾੜੀ ਮੁੜੀ ਹੋਈ ਸੀ। ਜਿਹੜਾ ਦੂਜਾ ਬੰਦਾ ਸੀ, ਉਹ ਬੰਦਾ 6-7 ਮਿੰਟ ਉਹ ਕਹਿੰਦਾ ਕੁਹਾੜੀ ਤਿੱਖੀ ਕਰੀ ਗਿਆ। 7ਵੇਂ ਮਿੰਟ ਦੇ ਵਿੱਚ ਤਿੱਖੀ ਕਰਕੇ ਕੁਹਾੜੀ ਆਇਆ, ਉਹਨੇ 8ਵੇਂ ਮਿੰਟ 1 ਮਿੰਟ ਦੇ ਵਿੱਚ ਉਹਨੇ ਕਹਿ ਲਾ ਵੀ ਟਾਹਲੀ ਵੱਢਤੀ। ਤਾਂ ਹੁਣ ਤੁਸੀਂ ਹੋਰ ਤਰੀਕੇ ਨਾਲ ਸੁਣੀ ਹੋਣੀ ਗੱਲ, ਸਾਨੂੰ ਸਾਡੇ ਟੀਚਰ ਸੁਣਾਉਂਦੇ ਹੁੰਦੇ ਸੀ। ਤਾਂ ਵੀ ਕੋਈ ਵੀ ਚੀਜ਼ ਹੈ, ਕੋਈ ਵੀ ਕੰਮ ਕਰਦੇ ਆ ਆਪਾਂ, ਪਲੈਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਨਹੀਂ ਹੈਗਾ ਵੀ ਕੁਹਾੜੀ ਦਾ ਮੁੜੀ ਹੋਈ ਆ ਤੇ ਅਸੀਂ ਵੱਢਣ ਮੰਡੀ ਜਾਂਦੇ ਆ, ਐਵੇਂ ਫੋਰਸ ਲਾਉਣਾ, ਜ਼ੋਰ ਲਾਉਣ ਦਾ ਵੀ ਕੋਈ ਫਾਇਦਾ ਨਹੀਂ। ਤੁਸੀਂ ਦਿਮਾਗ ਲਾਈ ਜਾਂਦੇ ਹੋ, ਪੜ੍ਹੀ ਜਾਂਦੇ ਹੋ, ਕੋਈ ਫਾਇਦਾ ਨਹੀਂ। ਕੁਹਾੜੀਆਂ ਆਪਦੀਆਂ ਤਿੱਖੀਆਂ ਕਰਕੇ ਰੱਖਿਆ ਕਰੋ, ਠੀਕ ਹੈ। ਜਿੱਥੇ ਤੁਹਾਨੂੰ ਲੱਗਦਾ ਹੈ ਤੁਸੀਂ ਦੇਖਣਾ ਵੀ ਕੁਹਾੜੀ ਕਿੱਥੋਂ ਮੁੜੀ ਆ, ਕਿੱਥੋਂ ਤਿੱਖੀ ਕਰਨ ਦੀ ਲੋੜ ਆ। ਕਲੀਅਰ ਹੋਈ ਗੱਲ? ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲੇ ਹੈਗਾ ਕੁਝ ਨੈਵੀਗੇਸ਼ਨ ਤੇ ਸਿਲੈਕਸ਼ਨ ਦੇ ਨੇ। ਦੇਖੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਨੇਗੇ, ਇਹ ਬੜੇ ਸੋਹਣੇ ਲੱਗਦੇ ਨੇ ਮੈਨੂੰ। ਮੇਰੇ ਵਾਲੇ ਲੈਪਟਾਪ ਤੇ ਚੱਲਦੇ ਨਹੀਂ, ਗੱਲ ਕਰ ਮੈਂ ਤੁਹਾਨੂੰ ਚਲਾ ਕੇ ਦਿਖਾ ਦਿੰਦਾ। ਕੰਟਰੋਲ ਪਲੱਸ ਟੈਬ ਹੈ ਜਿਹੜਾ, ਇਹ ਕੀ ਕਰਦਾ, ਸਵਿਚ ਟੂ ਦੀ ਨੈਕਸਟ ਓਪਨ ਵਰਕਬੁੱਕ। ਐਕਸਲ ਤੇ ਪਾਵਰ ਪੁਆਇੰਟ 'ਚ ਕੰਮ ਕਰਦਾ ਇਹ। ਮੰਨ ਲਓ 4 ਜਾਂ 5 ਆਪਾਂ ਵਰਕਬੁੱਕ ਖੋਲ ਲਈਆਂ, ਮੈਂ ਪਹਿਲੀ ਤੋਂ ਦੂਜੀ ਤੀਜੀ ਤੇ ਸਵਿਚ ਕਰਨਾ, ਤੁਸੀਂ ਕੰਟਰੋਲ ਟੈਬ ਦੱਬਿਓ, ਪਹਿਲੀ ਦੂਜੀ ਤੀਜੀ 'ਚ ਸਵਿਚ ਕਰੂਗਾ ਜਿਹੜੀਆਂ ਖੋਲੀਆਂ ਹੋਈਆਂ। ਤੇ ਜੇ ਤੁਸੀਂ ਦੱਬੋਗੇ ਕੰਟਰੋਲ ਸ਼ਿਫਟ ਟੈਬ, ਫਿਰ ਇਹ ਪਿੱਛੇ ਜਾਂਦਾ, ਜਾਨੀ ਕਿ ਮੰਨ ਲਓ 1 2 3 4 5 6 ਖੋਲੀਆਂ ਨੇ, ਤੁਸੀਂ ਇੱਥੇ ਖੜੇ ਹੋ, ਕੰਟਰੋਲ ਟੈਬ ਦੱਬੋ ਤਾਂ ਇਹ ਅੱਗੇ ਨੂੰ ਜਾਊਗਾ, ਕੰਟਰੋਲ ਸ਼ਿਫਟ ਟੈਬ ਦੱਬੋ ਪਿੱਛੇ ਨੂੰ ਜਾਊਗਾ। ਜਿੰਨੀਆਂ ਜਾਂ ਤਾਂ ਐਕਸਲ ਜਾਂ ਪਾਵਰ ਪੁਆਇੰਟ ਖੁੱਲਾ ਹੋਇਆ ਉਹਦੇ 'ਚ ਜਾਊਗਾ। ਵਰਡ 'ਚ ਮੇਰੇ ਕੋਲੇ ਜਿਹੜੇ ਮੈਂ ਜਿਨ੍ਹਾਂ ਦੇ ਲੈਪਟਾਪ ਤੇ ਮੈਂ ਪ੍ਰੈਕਟਿਸ ਕੀਤੀ ਆ ਉਹਨਾਂ ਦੇ ਚੱਲਿਆ ਨਹੀਂ, ਠੀਕ ਹੈ। ਮੈਂ ਵੀ ਪ੍ਰੈਕਟਿਸ ਕਰਕੇ ਚਲਾ ਰਿਹਾ ਤੁਹਾਨੂੰ। ਫਿਰ ਵੀ ਮਾੜੀ ਮੋਟੀ ਕਈ ਵਾਰੀ ਕੋਈ ਰਹਿ ਜਾਂਦੀ ਹੈ ਟਾਈਪੋ ਮਿਸਟੇਕ, ਜਿਵੇਂ ਕੱਲ ਵਾਲੇ ਪਾਰਟ ਦੇ ਵਿੱਚ ਆਪਣੀ ਰਹਿ ਗਈ ਸੀ, ਹੈ ਨਾ, ਜਿਹੜੀ ਉਹ ਆਪਾਂ ਕਲੀਅਰ ਕਰਦੇ ਹਾਂ। ਚਲੋ ਪਹਿਲਾਂ ਉਹੀ ਕਲੀਅਰ ਕਰਦੇ ਹਾਂ, ਉਹੀ ਆਪਾਂ ਚੀਜ਼ ਕਲੀਅਰ ਕਰਦੇ ਹਾਂ। ਜਿਵੇਂ ਆਪਾਂ ਦੇਖਦੇ ਹਾਂ ਵਰਡ ਦੇ ਵਿੱਚ, ਦੇਖਦੇ ਹਾਂ ਆਪਾਂ ਵੀ ਸੁਪਰਸਕ੍ਰਿਪਟ ਤੇ ਸਬਸਕ੍ਰਿਪਟ, ਹਨਾ। ਕਈ ਬਹੁਤ ਜਗ੍ਹਾ ਤੇ ਗਲਤ ਵੀ ਲਿਖਿਆ ਹੋਇਆ, ਉਹ ਮੈਨੂੰ ਵੀ ਕਿਸੇ ਸੋਰਸ ਮੈਂ ਵੈਰੀਫਾਈ ਨਹੀਂ ਕੀਤਾ ਸੀਗਾ। ਜਿਵੇਂ ਇਹ ਹੁੰਦੀ ਹੈ ਸੁਪਰਸਕ੍ਰਿਪਟ, ਇਹਦੇ ਆ ਦੇਖੋ ਕੰਟਰੋਲ ਸ਼ਿਫਟ ਪਲੱਸ ਆਊਗਾ ਇਹ, ਤਾਂ ਤੁਸੀਂ ਇੰਟਰਨੈਟ ਤੇ ਸਰਚ ਮਾਰ ਕੇ ਦੇਖਿਓ, ਮੈਂ ਵੀ ਦੇਖੇ ਸੀਗੇ, ਤੇ ਬਹੁਤ ਸਾਰਿਆਂ ਨੇ ਕੰਟਰੋਲ ਸ਼ਿਫਟ ਪਲੱਸ ਇਕੁਅਲ ਟੂ ਲਿਖਿਆ ਹੋਇਆ ਸੀ। ਤਾਂ ਸਵਾਲਾਂ ਦੇ ਵਿੱਚ ਵੀ ਹੈਗੀ ਆ ਚੀਜ਼, ਮਿਸਟੇਕ ਹੋ ਹੀ ਸਕਦੀ, ਚਲੋ ਆਪਾਂ ਇਹ ਨਹੀਂ ਕਹਿੰਦੇ, ਪਰ ਆਪਾਂ ਓਰੀਜਨਲ ਸੋਰਸ ਤੋਂ ਵੈਰੀਫਾਈ ਕਰਨਾ ਹੈ। ਤੇ ਤੁਹਾਡੇ ਚੋਂ ਮੈਨੂੰ ਕਿਸੇ ਬੱਚੇ ਨੇ ਦੱਸਿਆ, ਹਨਾ, ਤਾਂ ਮੈਨੂੰ ਵਧੀਆ ਲੱਗਿਆ ਤੇ ਫਿਰ ਮੈਂ ਚੇਂਜ ਵੀ ਕੀਤਾ। ਤਾਂ ਇਸੇ ਤਰ੍ਹਾਂ ਹੀ ਜੇਕਰ ਤੁਹਾਨੂੰ ਲੱਗਦਾ ਵੀ ਕਿਤੇ ਮਾੜੀ ਮੋਟੀ ਰਹਿ ਗਈ ਚੀਜ਼, ਤਾਂ ਤੁਸੀਂ ਮੈਨੂੰ ਜ਼ਰੂਰ ਦੱਸੋ।
ठीक है। तुसीं अपना नंबर 9465390346 WhatsApp कर सकते हो, 9465390346 ਆਪਾਂ ਨਾਲ ਦੀ ਨਾਲ ਇਮੀਡੀਏਟਲੀ ਚੇਂਜ ਕਰਾਂਗੇ, ਉਹਨੂੰ ਸੈੱਟ ਕਰਾਂਗੇ। ਨਾਲੇ ਮੈਨੂੰ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਕਿੱਥੇ ਆਪਾਂ ਸਹੀ ਕਰਾ ਰਹੇ ਹਾਂ, ਕਿੱਥੇ ਗਲਤ ਹੈ ਨਾ। ਕਿਉਂਕਿ ਇਨਸਾਨ ਕਹਿ ਸਕਦੇ ਹਾਂ ਵੀ ਆਪਾਂ ਗਲਤੀਆਂ ਤੋਂ ਹੀ ਸਿੱਖਦੇ ਹਾਂ। ਜੇ ਅਸੀਂ ਗਲਤੀਆਂ ਨਹੀਂ ਸੁਣ ਸਕਦੇ ਆਪਦੀਆਂ, ਫਿਰ ਅਸੀਂ ਗਰੋ ਨਹੀਂ ਹੁੰਦੇ। ਗਰੋ ਬੰਦਾ ਤਾਂ ਹੀ ਕਰਦਾ ਜੋ ਬੰਦਾ ਹਮੇਸ਼ਾ ਹੀ ਆਪਦਾ ਇੱਕ ਲਰਨਿੰਗ ਐਟੀਟਿਊਡ ਲੈ ਕੇ ਚੱਲਦਾ। ਤਾਂ ਤੁਸੀਂ ਵੀ ਜੌਬ ਕਰਨਾ ਹੀ ਤੁਹਾਡਾ ਮੋਟਿਵ ਨਹੀਂ ਹੋਣਾ ਚਾਹੀਦਾ, ਇੱਕ ਲਰਨਿੰਗ ਐਟੀਟਿਊਡ ਰੱਖੋ ਆਪਣਾ, ਵੀ ਸਿੱਖਣਾ ਹੈ ਜ਼ਿੰਦਗੀ ਦੇ ਵਿੱਚ। ਤਾਂ ਇੱਕ ਪੇਪਰ ਕਲੀਅਰ ਹੋ ਗਿਆ, ਫਿਰ ਹੋਰ ਸਿੱਖਣਾ, ਹੋਰ ਸਿੱਖਣਾ, ਹੋਰ ਸਿੱਖਣਾ, ਹੈ ਨਾ। ਫਿਰ ਦੇਖੋ ਨਜ਼ਾਰਾ ਆਉਂਦਾ। ਕੰਟਰੋਲ ਸ਼ਿਫਟ ਟੈਬ ਪਿੱਛੇ ਆਉਣ ਦੇ ਲਈ ਤਾਂ ਆਲਟ ਪਲੱਸ ਟੈਬ ਸਵਿਚ ਟੂ ਨੈਕਸਟ ਓਪਨ ਆਲ ਐਪਲੀਕੇਸ਼ਨ। ਜੇ ਅਸੀਂ ਇਕੱਲੇ ਐਕਸਲ ਦੀਆਂ ਹੀ 10 ਵਰਕਬੁੱਕ ਖੋਲੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਮੂਵ ਕਰਨਾ ਤਾਂ ਕੰਟਰੋਲ ਪਲੱਸ ਟੈਬ ਚੱਲੂਗਾ। ਜੇ ਸਾਰੀਆਂ ਮਤਲਬ ਵਰਡ ਖੋਲਿਆ ਹੋਇਆ, ਪਾਵਰ ਪੁਆਇੰਟ, ਐਕਸਲ ਹੈ, YouTube ਹੈ, ਸਾਰਿਆਂ ਦੇ ਵਿੱਚ ਸਵਿਚ ਕਰਨਾ ਤਾਂ ਆਲਟ ਪਲੱਸ ਟੈਬ। ਇਹ ਬਹੁਤ ਵਧੀਆ ਕੰਮ ਕਰਦੇ ਨੇ, ਤੁਸੀਂ ਕਰਕੇ ਦੇਖੋ, ਤੁਹਾਨੂੰ ਨਜ਼ਾਰਾ ਆ ਜਾਊਗਾ। ਕੰਟਰੋਲ ਸ਼ਿਫਟ ਪਲੱਸ ਯੂ ਹੁੰਦਾ ਹਾਈਡ ਔਰ ਸ਼ੋ ਦੀ ਫਾਰਮੂਲਾ ਬਾਰ। ਇਹ ਵੀ ਤੁਸੀਂ ਕਰਕੇ ਦੇਖ ਲਿਓ। ਫਾਰਮੂਲਾ ਬਾਰ ਉੱਪਰ ਜੇ ਆ ਰਹੀ ਹੁੰਦੀ ਹੈ, ਹਾਈਡ ਕਰ ਦਿੰਦਾ ਤੇ ਸ਼ੋ ਕਰ ਦਿੰਦਾ। ਕਲੀਅਰ ਹੋਈ ਗੱਲ। ਅਗਲਾ ਫਾਰਮੂਲਾ ਤੇ ਫੰਕਸ਼ਨ, ਜੇ ਆਲਟ ਪਲੱਸ ਕਰ ਦਈਏ, ਆਲਟ ਪਲੱਸ ਇਕੁਅਲ ਟੂ ਕਰ ਦਈਏ ਤਾਂ ਆਟੋ ਸਮ ਕਰ ਦਿੰਦਾ। ਤੇ ਜੇ ਸ਼ਿਫਟ ਪਲੱਸ F3 ਕਰ ਦਈਏ ਜਾਂ ਇਕੁਅਲ ਟੂ ਪ੍ਰੈਸ ਕਰ ਦਈਏ ਤਾਂ ਇਨਸਰਟ ਕਰ ਦਿੰਦਾ ਆਪਣਾ ਫੰਕਸ਼ਨ ਨੂੰ। ਤੇ ਜੇ ਅਸੀਂ ਕੰਟਰੋਲ ਸ਼ਿਫਟ ਪਲੱਸ ਡਾਲਰ ਸਿੰਬਲ ਦੱਬ ਦਈਏ ਤਾਂ ਕਰੰਸੀ ਦਾ ਸਿੰਬਲ ਪਾ ਦਿੰਦਾ। ਆਪਾਂ ਕਰਕੇ ਦੇਖ ਲੈਂਦੇ ਹਾਂ। ਜਿਵੇਂ ਇਹਦਾ ਆਪਾਂ ਆਟੋ ਸਮ ਕਰਨਾ, ਸਪੋਜ਼ ਕਰੋ ਇਹਨੂੰ ਮੈਂ ਸਿਲੈਕਟ ਕੀਤਾ, ਮੈਂ ਆਲਟ ਪਲੱਸ ਦੱਬ ਦੇਣਾ। ਚਲੋ ਇਹ ਵੱਡਾ ਹੋ ਗਿਆ ਜ਼ਿਆਦਾ, ਇਹਦਾ ਦੱਬਦੇ ਆਪਾਂ। ਇੰਨੀ ਚੀਜ਼ ਨੂੰ ਸਿਲੈਕਟ ਕਰਦੇ ਹਾਂ, 38 ਐਂਡ ਤੇ ਯਾਦ ਰੱਖਿਓ। ਆਪਾਂ ਦੱਬਦੇ ਹਾਂ ਆਲਟ ਪਲੱਸ, ਇੱਕ ਮਿੰਟ ਗੜਬੜ ਹੋ ਗਈ, ਕੀ ਸੀਗਾ ਆਲਟ ਪਲੱਸ ਹੀ ਸੀ ਨਾ, ਆਲਟ ਪਲੱਸ ਇਕੁਅਲ ਟੂ, ਹਾਂ ਆਲਟ ਪਲੱਸ ਇਕੁਅਲ ਟੂ ਨਹੀਂ ਚੱਲ ਰਿਹਾ, ਮੇਰੇ ਤਾਂ ਨਹੀਂ ਚੱਲ ਰਿਹਾ, ਤੁਹਾਡੇ ਚੱਲੂਗਾ। ਇਹ ਸਮ ਕਰਦਾ, ਮੇਰੇ ਤਾਂ ਆਲਟ ਦੀ ਦਿੱਕਤ ਹੈ, ਮੈਂ ਤੁਹਾਨੂੰ ਦੱਸਿਆ ਸੀ ਨਾ। ਆਲਟ ਪਲੱਸ ਇਕੁਅਲ ਟੂ, ਇੱਕ ਵਾਰੀ ਹੋਰ ਦੇਖ ਲਈਏ ਥੱਲੇ ਕਰਕੇ, ਆਲਟ ਪਲੱਸ ਇਕੁਅਲ ਟੂ ਨਹੀਂ ਚੱਲਦਾ। ਦੂਜਾ ਦੋ ਆਲਟ ਦਿੱਤੇ ਹੁੰਦੇ ਨਾ, ਦੋਨੇ ਟਰਾਈ ਕਰ ਲੈਣੇ ਆਪਾਂ। ਆਲਟ ਪਲੱਸ ਇਕੁਅਲ ਟੂ ਨਹੀਂ ਚੱਲੂਗਾ, ਤੁਹਾਡੇ ਚੱਲੂਗਾ। ਆਲਟ ਪਲੱਸ ਹੈਗਾ ਨਾ ਜਿਹੜਾ, ਆਟੋ ਸਮ ਕਰ ਦਿੰਦਾ। ਨਹੀਂ, ਆਟੋ ਸਮ ਆਪਾਂ ਇੱਥੋਂ ਵੀ ਲਾ ਸਕਦੇ ਹਾਂ। ਦੇਖੋ ਇਹ ਵਾਲਾ ਆਟੋ ਸਮ ਹੈ, ਉੱਪਰ ਵਾਲੇ ਸੈੱਲ 'ਚ ਵੈਲਿਊ ਨਹੀਂ ਸੀ ਨਾ, ਆਟੋ ਸਮ ਲਗਾਵਾਂਗੇ। ਆ ਦੇਖੋ 136 ਆ ਗਿਆ। ਦੇਖੋ ਆਟੋ ਸਮ ਹੋਮ ਦੇ ਵਿੱਚ ਵੀ ਪਿਆ ਹੋਇਆ ਤੇ ਇੱਕ ਡੇਟਾ ਦੇ ਵਿੱਚ ਵੀ, ਡੇਟਾ ਦੇ ਵਿੱਚ ਹੈਗਾ ਕਿਤੇ ਨਹੀਂ, ਫਾਰਮੂਲਾ, ਹਾਂ ਫਾਰਮੂਲਾ ਦੇ ਵਿੱਚ ਵੀ ਪਿਆ ਤੇ ਹੋਮ ਦੇ ਵਿੱਚ ਵੀ ਪਿਆ। ਇਹ ਮੈਨੂੰ ਕਿਸੇ ਬੱਚੇ ਨੇ ਸਵਾਲ ਵੀ ਤੁਹਾਡੇ 'ਚ ਵੀ ਪੁੱਛਿਆ ਸੀਗਾ। ਇਹ ਦੋ ਥਾਂ ਤੇ ਹੋ ਸਕਦਾ। ਇੱਕ ਚੀਜ਼ ਹੋਰ ਵੀ ਹੈ, ਉਹ ਮੇਰੇ ਹੁਣ ਯਾਦ ਨਹੀਂ, ਮੈਂ ਤੁਹਾਨੂੰ ਦੱਸ ਦੂੰ। ਕਈ ਵਾਰੀ ਪੁੱਛ ਲੇ ਵੀ ਇਹ ਹੁਣ ਡਿਪੈਂਡ ਕਰਦਾ ਸਵਾਲ ਪਾਉਣ ਵਾਲੇ ਤੇ। ਸਵਾਲ ਪਾਉਣ ਵਾਲੇ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜਿਹੜਾ ਆਟੋ ਸਮ ਹੈ ਮਲਟੀਪਲ ਟਾਈਮ, ਮਲਟੀਪਲ ਜਗ੍ਹਾ ਤੇ ਪਿਆ ਹੋਇਆ। ਜੇ ਉਹਨੇ ਆਪਸ਼ਨਾਂ ਦੋਨੇ ਹੀ ਪਾਤੀਆਂ, ਹੋਮ ਵੀ ਪਾਤਾ ਉਹਨੇ ਤੇ ਫਾਰਮੂਲਾ ਵੀ ਪਾਤਾ, ਫਿਰ ਇਹਦੇ ਤੇ ਰਿਟ ਲੱਗੂਗੀ। ਇਹ ਸਵਾਲ ਤੇ ਆਬਜੈਕਸ਼ਨ ਲੱਗੂਗਾ ਹੀ ਲੱਗੂਗਾ। ਜੇ ਉਹਨੇ ਇਕੱਲਾ ਫਾਰਮੂਲਾ ਪਾਤਾ ਤਾਂ ਫਾਰਮੂਲਾ ਵੀ ਆਨਸਰ ਆ, ਤੇ ਜੇ ਹੋਮ ਪਾਤਾ ਤਾਂ ਹੋਮ ਵੀ ਆਨਸਰ ਆ। ਫਰਕ ਕੋਈ ਨਹੀਂ, ਦੋਨੋਂ ਸੇਮ ਹੀ ਕੰਮ ਕਰਦੇ ਨੇ, ਹਨਾ। ਤੇ ਇਹ ਗੱਲ ਹੋਈ ਆਪਣੀ ਆਟੋ ਸਮ ਦੀ। ਤੇ ਜੇ ਵੈਸੇ ਇੱਕ ਸੈੱਲ ਪਿਆ, ਇਹਦੇ ਵਿੱਚ ਆਪਾਂ ਫਾਰਮੂਲਾ ਇਨਸਰਟ ਕਰਨਾ, ਚਾਹੇ ਤਾਂ ਆਪਾਂ ਇਕੁਅਲ ਟੂ ਲਿਖ ਕੇ ਸਮ ਪਾ ਦਈਏ। ਆ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਇਹਦਾ ਸਮ ਕਰ ਸਕਦੇ ਹਾਂ। ਇੱਥੋਂ ਤੱਕ ਰੇਂਜ ਸਿਲੈਕਟ ਕਰ ਲਈ, ਐਂਟਰ ਕਰ ਦਾਂਗੇ, 136 ਆ ਗਿਆ। ਚਾਹੇ ਤੁਸੀਂ ਸ਼ਿਫਟ F3 ਕਰੋਗੇ ਤਾਂ ਵੀ ਇਕੁਅਲ ਟੂ ਆ ਜਾਂਦਾ ਆਟੋਮੈਟਿਕਲੀ। ਇਸ ਤਰ੍ਹਾਂ ਆਪਾਂ ਇਹ ਗ੍ਰਾਫਿਕਲ ਮੋਡ ਦੇ ਵਿੱਚ ਆਪਾਂ ਫਾਰਮੂਲਾ ਐਂਟਰ ਕਰ ਸਕਦੇ ਹਾਂ। ਕਲੀਅਰ ਹੋਈ ਗੱਲ। ਤੇ ਜੇ ਕੰਟਰੋਲ ਸ਼ਿਫਟ ਡਾਲਰ ਸਿੰਬਲ ਭਰ ਦਈਏ ਆਪਾਂ, ਮੰਨ ਲਓ ਇਹ 38 ਆ, ਕੰਟਰੋਲ ਸ਼ਿਫਟ ਡਾਲਰ ਸਿੰਬਲ, ਸ਼ਾਇਦ ਚੱਲ ਜਾ, ਹਾਂ ਚੱਲ ਗਿਆ। ਇੱਥੇ ਆਪਣੇ ਕੋਲੇ ਕਰੰਸੀ ਦਾ ਸਾਈਨ ਆ ਜਾਊਗਾ। ਜਿਹੜੀ ਵੀ ਤੁਸੀਂ ਪਿੱਛੋਂ ਸਿਲੈਕਟ, ਇੰਡੀਅਨ ਆ ਨਾ ਆਪਾਂ, ਕਿਉਂਕਿ ਵਰਡ ਦੇ ਵਿੱਚ ਆਪਾਂ ਲੋਕੇਸ਼ਨ ਸਿਲੈਕਟ ਕਰਦੇ ਹੁੰਦੇ ਆ। ਜੇ ਤੁਸੀਂ ਕੋਈ ਹੋਰ ਕਰੋਗੇ ਤਾਂ ਫਿਰ ਉਹ ਡਾਲਰ ਦੇ ਹਿਸਾਬ ਨਾਲ ਆ ਜਾਊ, ਕਰੰਸੀ ਦਾ ਸਾਈਨ ਆ ਜਾਊਗਾ। ਆਲਟ ਸ਼ਿਫਟ ਡਾਲਰ। ਕਲੀਅਰ ਹੋਈ ਗੱਲ। ਤਾਂ ਇਹ ਸੀਗਾ ਆਪਣੇ ਕੋਲੇ, ਜਿਵੇਂ ਆਪਾਂ ਕਹਿ ਸਕਦੇ ਹਾਂ ਫਾਰਮੂਲਾ ਤੇ ਫੰਕਸ਼ਨ। ਕੁਝ ਹੋ ਗਏ ਡੇਟਾ ਹੈਂਡਲਿੰਗ ਦੇ। ਕੰਟਰੋਲ F ਆਪਾਂ ਕਰ ਚੁੱਕੇ ਹਾਂ ਫਾਈਂਡ ਦੇ ਲਈ, ਕੰਟਰੋਲ H ਕਾਹਦੇ ਨੂੰ, ਰਿਪਲੇਸ ਦੇ ਲਈ। ਹੁਣ ਆਪਾਂ ਸਵਾਲ ਦੇਖਦੇ ਹਾਂ। ਸਵਾਲ ਦੇ ਵਿੱਚ ਪਹਿਲਾ ਸਵਾਲ ਹੈ, ਕਹਿੰਦਾ ਇਨ MS Excel 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਸਿਲੈਕਟ ਆਲ ਦੀ ਕੰਟੈਂਟਸ ਆਫ ਦੀ ਵਰਕਸ਼ੀਟ। ਸਾਰੀ ਵਰਕਸ਼ੀਟ ਦੇ ਕੰਟੈਂਟ ਸਿਲੈਕਟ ਕਰਨ ਦੀ ਲਈ ਅੱਖਾਂ ਬੰਦ ਕਰਕੇ ਲਾਉਂਗੇ ਜੇ ਚੰਗੀ ਤਰ੍ਹਾਂ ਪੜਿਆ। ਕੰਟਰੋਲ A। ਅਗਲਾ ਸਵਾਲ ਕਹਿੰਦਾ ਯੂਜ਼ ਟੂ ਓਪਨ ਦੀ ਨਿਊ ਵਰਕਬੁੱਕ। ਨਿਊ ਵਰਕਬੁੱਕ ਦੇ ਲਈ ਕਿਹੜਾ ਹੈ? ਇਹ ਸਾਰਿਆਂ ਦੇ ਲਈ ਇਹੀ ਚੱਲਦਾ। ਆਲਟ N ਨਹੀਂ ਚੱਲੂਗਾ, ਕੰਟਰੋਲ N ਚੱਲੂਗਾ। ਕਲੀਅਰ। ਤਾਂ B ਆਨਸਰ ਹੈ। ਅਗਲਾ ਸਵਾਲ ਵਿੱਚ ਫੰਕਸ਼ਨ ਵਿੱਚ ਕੀ ਅਲਾਉ ਯੂਜ਼ਰ, ਗਲਤ ਹੋ ਗਿਆ, ਵਿੱਚ ਕੀ ਅਲਾਉ ਦੀ ਯੂਜ਼ਰ ਟੂ ਅਵਾਰਡ ਐਨ ਆਪਰੇਸ਼ਨ।
ਇੱਕ ਯੂਜ਼ਰ ਨੂੰ ਆਪਰੇਸ਼ਨ ਅਬੋਰਟ ਕਰਨ ਦੇ ਲਈ ਕਿਹੜੀ ਕੀ ਅਲਾਉ ਕਰਦੀ ਹੈ? ਪਹਿਲਾਂ ਮੈਂ ਦੱਸ ਕੇ ਲਿਆਉਣਾ ਤੁਹਾਨੂੰ ਉਧਰੋਂ ਆਪਰੇਸ਼ਨ ਅਬੋਰਟ ਕਿਵੇਂ ਹੁੰਦਾ। ਮੰਨ ਲਓ ਮੈਂ ਕਾਪੀ ਕੀਤਾ, ਕੰਟਰੋਲ ਸੀ ਪ੍ਰੈਸ ਕੀਤਾ, ਦੇਖੋ ਘੁੰਮ ਜੇ ਰਿਹਾ ਨਾ ਇਹ, ਤਾਂ ਆਪਰੇਸ਼ਨ ਚੱਲ ਰਿਹਾ ਕਾਪੀ। ਮੈਂ ਚਾਹਣਾ ਯਾਰ ਹਟਾਉਣਾ, ਮੈਂ ਐਸਕੇਪ ਦੱਬ ਦੂੰਗਾ ਤਾਂ ਆਪਰੇਸ਼ਨ ਅਬੋਰਟ ਹੋ ਗਿਆ। ਅਬੋਰਟ ਦਾ ਮਤਲਬ ਹੁੰਦਾ ਤੋੜਨਾ, ਰੋਕਣਾ। ਤਾਂ ਆਨਸਰ ਇਹਦਾ ਫਿਰ ਹੋ ਗਿਆ escape ਕੀ। ਅਗਲਾ ਸਵਾਲ, in ਦੀ ਕਹਿੰਦਾ ਸ਼ਾਰਟਕਟ ਕੀ ਟੂ ਕਲੋਜ਼ ਦੀ ਵਰਕਬੁੱਕ MS ਐਕਸਲ। in ਦੀ ਨਹੀਂ ਆ, what is ਦੀ ਸ਼ਾਰਟਕਟ ਕੀ ਟੂ ਕਲੋਜ਼, ਪਤਾ ਨਹੀਂ ਕੀ ਹੋ ਗਿਆ ਯਾਰ, ਮੈਨੂੰ ਦਿਖਣੋਂ ਹੀ ਹਟ ਗਿਆ ਹਨਾ। what is ਦੀ ਸ਼ਾਰਟਕਟ ਕੀ ਟੂ ਕਲੋਜ਼ ਦੀ ਵਰਕਬੁੱਕ ਇਨ MS ਐਕਸਲ। ਇਹ ਬੜਾ ਸੌਖਾ ਆਪਾਂ ਪੜ੍ਹ ਕੇ ਆਏ, ਥੋੜਾ ਫਸਣਾ ਨਹੀਂ ਚਾਹੀਦਾ। ਕੰਟਰੋਲ X ਕੱਟ ਲਈ ਹੁੰਦਾ, ਕਾਪੀ ਲਈ ਹੁੰਦਾ, O ਓਪਨ ਦੇ ਲਈ ਹੁੰਦਾ, W ਹੁੰਦਾ ਕਲੋਜ਼ ਕਰਨ ਦੇ ਲਈ। ਤਾਂ ਹੁਣ ਕੰਟਰੋਲ W ਕਿਵੇਂ ਕੰਮ ਕਰਦਾ? ਵਰਡ ਦੇ ਵਿੱਚ ਵੀ ਇਹ ਕੱਟ ਕਰਦਾ ਤੇ ਇਹ ਐਕਸਲ ਦੇ ਵਿੱਚ ਵੀ ਕੱਟ ਕਰਦਾ, ਸੌਰੀ ਕੀ ਪੜਿਆ ਸੀ ਆਪਾਂ, ਇਹ ਪ੍ਰੈਸ ਟੂ ਕਲੋਜ਼ ਕਰਨਾ, ਕੱਟ ਨਹੀਂ ਕਰਨਾ। ਮੈਂ ਫਿਰ ਗਲਤ ਦੱਸ ਗਿਆ, ਕੱਟ ਹੁੰਦਾ ਕੰਟਰੋਲ X, ਕਲੋਜ਼ ਕਰਦਾ। ਵਰਡ ਦੇ ਵਿੱਚ ਵੀ ਕਲੋਜ਼ ਕਰਦਾ, ਐਕਸਲ ਦੇ ਵਿੱਚ ਵੀ, ਪਾਵਰ ਪੁਆਇੰਟ ਦੇ ਵਿੱਚ ਵੀ। ਜੇਕਰ ਸੇਵ ਚੇਂਜ ਨਹੀਂ ਹੋਇਆ ਤਾਂ ਉਹ ਪੁੱਛਦਾ, ਪ੍ਰੋਮਪਟ ਕਰਦਾ ਕਿ ਡੂ ਯੂ ਵਾਂਟ ਟੂ ਸੇਵ, ਤਾਂ ਇਹ ਤਿੰਨਾਂ 'ਚ ਸੇਮ ਚੱਲੂਗਾ। ਠੀਕ ਹੈ। ਅਗਲਾ ਸਵਾਲ, ਇਨ MS ਐਕਸਲ 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਐਡ ਨਿਊ ਸ਼ੀਟ। ਦੇਖੋ ਮੈਂ ਤੁਹਾਨੂੰ ਦੱਸਿਆ ਸੀ ਨਾ ਵਾਰੀ ਵਾਰੀ ਵੀ ਇਹ ਸਵਾਲ ਪੁੱਛਿਆ ਜਾਂਦਾ। ਸ਼ਿਫਟ F11 ਬਹੁਤ ਹੀ ਜ਼ਿਆਦਾ ਵਧੀਆ ਇਹ ਹੈਗਾ, ਸ਼ਿਫਟ F11। ਇੱਥੇ ਯਾਦ ਰੱਖਣਾ, ਜੇ ਅਸੀਂ ਨਵੀਂ ਸ਼ੀਟ ਐਡ ਕਰਨੀ ਹੈ, ਨਿਊ ਸ਼ੀਟ ਐਕਸਲ ਦੇ ਵਿੱਚ, ਤਾਂ ਸ਼ਿਫਟ F11 ਚੱਲੂਗਾ। ਪਾਵਰ ਪੁਆਇੰਟ 'ਚ ਆਪਾਂ ਇਸ ਤੋਂ ਪਹਿਲਾਂ ਵਾਲੇ ਲੈਕਚਰਾਂ ਦੇ ਵਿੱਚ ਪੜ੍ਹਿਆ ਸੀ, ਜੇਕਰ ਅਸੀਂ ਨਵੀਂ ਸਲਾਈਡ ਐਡ ਕਰਨੀ ਹੈ ਤਾਂ ਕੰਟਰੋਲ M ਚੱਲੂਗਾ। ਤੇ ਜੇਕਰ ਅਸੀਂ ਨਵੀਂ ਵਿੰਡੋ, ਚਾਹੇ ਉਹ ਐਕਸਲ, ਵਰਡ, ਪਾਵਰ ਪੁਆਇੰਟ ਕੋਈ ਵੀ ਹੋਵੇ, ਇੱਥੇ ਗੱਲ ਕਰਦੇ ਹਾਂ ਆਪਾਂ ਨਿਊ ਸ਼ੀਟ ਦੀ। ਵਰਕਸ਼ੀਟ ਤੇ ਵਰਕਬੁੱਕ 'ਚ ਤਾਂ ਫਰਕ ਸਮਝਦੇ ਹੋ ਨਾ। ਵਰਕਬੁੱਕ ਤਾਂ ਇੱਕ ਪੂਰੀ ਵਰਕਬੁੱਕ ਜਿਹਦੇ ਵਿੱਚ ਨੰਬਰ ਆਫ ਸ਼ੀਟਸ ਹੋ ਸਕਦੀਆਂ ਨੇ, ਸ਼ੀਟ ਇੱਕ ਇੰਡੀਵਿਜੂਅਲ। ਤਾਂ ਸ਼ੀਟ ਐਡ ਕਰਨ ਦੇ ਲਈ ਸ਼ਿਫਟ ਪਲੱਸ F11 ਤੇ ਨਵੀਂ ਸਲਾਈਡ ਐਡ ਕਰਨ ਦੇ ਲਈ ਪਾਵਰ ਪੁਆਇੰਟ ਦੇ ਵਿੱਚ ਕੰਟਰੋਲ ਪਲੱਸ M। ਤੇ ਜੇ ਨਵੀਂ ਵਿੰਡੋ ਐਡ ਕਰਨੀ ਹੈ, ਚਾਹੇ ਉਹ ਵਰਡ, ਐਕਸਲ, ਪਾਵਰ ਪੁਆਇੰਟ ਜਾਂ ਕੰਪਿਊਟਰ ਦੀ ਕੋਈ ਵਿੰਡੋ ਹੈ, ਤਾਂ ਕੰਟਰੋਲ N ਯਾਦ ਰੱਖਣੀ ਹੈ। ਅਗਲਾ ਸਵਾਲ, ਇਨ MS ਐਕਸਲ 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਮੈਕਸਿਮਾਈਜ਼ ਕਰੰਟਲੀ ਸਿਲੈਕਟਡ ਵਿੰਡੋ। ਇਹ ਵੀ ਬੜਾ ਵਧੀਆ ਸਵਾਲ ਹੈ। ਕੰਟਰੋਲ F10 ਹੈ। ਕੰਟਰੋਲ F10 ਮੈਕਸਿਮਾਈਜ਼ ਔਰ ਰੀਸਟੋਰ ਦੀ ਵਿੰਡੋ ਇਨ ਆਲ ਐਕਸਲ, ਆਲ ਨਹੀਂ ਹੋਊਗਾ ਇੱਥੇ, ਇਨ ਐਕਸਲ ਐਂਡ ਵਰਡ। ਪਾਵਰ ਪੁਆਇੰਟ 'ਚ ਨਹੀਂ ਇਹ ਕੰਮ ਕਰਦਾ। ਐਕਸਲ ਤੇ ਵਰਡ ਦੇ ਵਿੱਚ ਸਾਈਜ਼ ਵੱਡਾ ਕਰ ਲਓ, ਛੋਟਾ ਕਰ ਲਓ, ਹਨਾ। ਆਪਾਂ ਦੇਖ ਲਈਏ ਕਰਕੇ, ਮੈਨੂੰ ਲੱਗਦਾ ਸ਼ਾਇਦ ਮੇਰੇ ਕੋਲ ਚੱਲ ਜੇ ਚੱਲ ਗਿਆ ਤਾਂ ਦਿਖਾ ਦੇਣਾ। ਸਾਰੇ ਆਪਣੇ ਕੋਲੇ ਚੱਲਦੇ ਨਹੀਂ। ਇਹ ਸੀਗਾ ਕੰਟਰੋਲ F10। ਆਪਾਂ ਦੇਖਦੇ ਹਾਂ ਕਰਕੇ ਇਹਦੇ ਵਿੱਚ ਕੰਟਰੋਲ, ਇਹ ਛੋਟਾ ਸਾਈਜ਼ ਹੈ, ਮਿਨੀਮਾਈਜ਼ ਹੋਇਆ ਹੋਇਆ। ਇਹਨੂੰ ਆਪਾਂ ਕਰਕੇ ਦੇਖਦੇ ਹਾਂ ਕੰਟਰੋਲ F10। ਦੇਖੋ ਬਣ ਗਈ ਗੱਲ, ਬਣ ਗਈ ਗੱਲ। ਹਾਂ, ਐਂ ਵੱਡਾ ਛੋਟਾ ਕਰ ਸਕਦੇ ਸਾਈਜ਼ ਆਪਾਂ, ਹਨਾ। ਠੀਕ ਹੈ, ਠੀਕ ਹੈ। ਕੋਈ ਤਾਂ ਚੱਲ ਜਾਂਦਾ, ਮੰਨ ਜਾਂਦਾ ਗੱਲ ਆਪਣੀ, ਕਿਤੇ ਕਿਤੇ ਅੜ ਜਾਂਦਾ, ਬਸ ਕਹਿੰਦਾ ਵੀ ਹਰੇਕ ਚੀਜ਼ ਥੋੜੀ ਦੱਸਣੀ ਹੈ। ਹਾਂ ਠੀਕ ਹੈ। ਅਗਲਾ ਸਵਾਲ ਆ ਗਿਆ, ਕਹਿੰਦਾ ਇਨ MS ਐਕਸਲ 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਫਿਲ ਦੀ ਸੈੱਲ ਵਿਦ ਕੰਟੈਂਟ ਆਫ ਦੀ ਸੈੱਲ। ਬਾਬੇ ਆਪਾਂ ਮੈਂ ਤੁਹਾਨੂੰ ਕਰਕੇ ਦਿਖਾ ਚੁੱਕਿਆ ਵੀ ਕਾਪੀ ਕਰਨ ਦੇ ਲਈ ਕੰਟਰੋਲ D ਚੱਲਦਾ, ਤੇ ਪਾਵਰ ਪੁਆਇੰਟ ਦੇ ਵਿੱਚ ਕੰਟਰੋਲ D ਕੀ ਕਰਦਾ? ਡੁਪਲੀਕੇਟ ਕਰਦਾ। ਆਬਜੈਕਟ ਕਹਿ ਦਈਏ ਚਾਹੇ ਸਲਾਈਡ ਕਹਿ ਦਈਏ, ਤਾਂ ਕੰਟਰੋਲ D ਫਿਰ ਚੱਲੂਗਾ A। ਕੰਟਰੋਲ D ਕਹਿੰਦਾ ਮਾਈਕਰੋਸਾਫਟ ਵਰਡ ਦੇ ਵਿੱਚ ਓਪਨ ਫੌਂਟ ਡਾਇਲੌਗ ਬਾਕਸ ਕਰਦਾ। ਦੇਖੋ ਤਿੰਨਾਂ 'ਚ ਫਰਕ ਦੱਸ ਰਿਹਾ। ਵਰਡ ਦੇ ਵਿੱਚ ਓਪਨ ਫੌਂਟ ਡਾਇਲੌਗ ਬਾਕਸ ਹੈ, ਐਕਸਲ ਦੇ ਵਿੱਚ ਕਾਪੀ ਕਰ ਦਿੰਦਾ ਪਿਛਲੇ ਨੂੰ, ਪਾਵਰ ਪੁਆਇੰਟ ਦੇ ਵਿੱਚ ਡੁਪਲੀਕੇਟ ਕਰ ਦਿੰਦਾ ਹੈ ਕਿਸੇ ਸਲਾਈਡ ਨੂੰ ਜਾਂ ਆਬਜੈਕਟ ਨੂੰ। ਇਹ ਤੁਸੀਂ ਪੜ੍ਹ ਸਕਦੇ ਹੋ ਚੀਜ਼ਾਂ, ਠੀਕ ਹੈ। ਸੋ ਅਗਲਾ ਸਵਾਲ ਹੈ, ਇਨ MS ਐਕਸਲ 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਕ੍ਰੀਏਟ ਏ ਚਾਰਟ। ਇਹ ਵੀ ਬਹੁਤ ਜ਼ਿਆਦਾ ਵਧੀਆ। F11 ਦੇ ਨਾਲ ਤੁਸੀਂ ਚਾਰਟ ਬਣਾ ਸਕਦੇ ਹੋ। ਇਹ ਬਹੁਤ ਜ਼ਿਆਦਾ ਪੁੱਛਿਆ ਜਾਂਦਾ। F11 ਬਣਾ ਕੇ ਵੀ ਦਿਖਾ ਦਿੰਦੇ ਆ ਜੇ ਕਹੋ ਤਾਂ। ਕਹਿਣਾ ਤਾਂ ਕੀ ਹੈ, ਪਰ ਤੁਸੀਂ ਬਣਾਉਣਾ ਹੀ ਪੈਣਾ ਮੈਨੂੰ, ਹਨਾ। ਜਿਵੇਂ ਹੁਣ ਆਪਾਂ ਇੱਥੇ ਕੋਈ ਆਪਾਂ ਡੇਟਾ ਵੈਲਿਊ ਲੈ ਲਈਏ 1 2 3 4, ਇੱਥੇ ਆਪਾਂ ਲੈ ਲਿਆ 100, ਇੱਥੇ ਲੈ ਲਿਆ 200, 150 ਤੇ 155 ਲੈ ਲਓ। ਉਹ ਬੜਾ ਹੋ ਗਿਆ 1500 ਨਹੀਂ। ਇਹ ਰੇਂਜ ਨੂੰ ਸਿਲੈਕਟ ਕਰਕੇ F11 ਦੱਬ ਕੇ ਦੇਖਦੇ ਹਾਂ ਤਾਂ ਕੀ ਬਣ ਜਾਂਦਾ? ਚਾਰਟ ਬਣ ਜਾਂਦਾ। ਠੀਕ ਹੈ, ਡਿਜ਼ਾਈਨ ਦੇ ਵਿੱਚ ਚਾਰਟ ਨਿਕਲਦਾ। ਇਨਸਰਟ ਦੇ ਵਿੱਚ ਜਾ ਕੇ ਵੀ ਬਣਾ ਸਕਦੇ ਆਪਾਂ। ਇਨਸਰਟ ਦੇ ਵਿੱਚ ਆ ਦੇਖੋ, ਇੱਧਰ ਜਾਵਾਂਗੇ ਸ਼ੀਟ ਤੇ, ਇਨਸਰਟ ਦੇ ਵਿੱਚ ਰਿਕਮੈਂਡਡ ਆ ਸਾਰੇ ਚਾਰਟ ਇਨਸਰਟ ਟੈਬ 'ਚ ਵੀ ਹੁੰਦੇ ਨੇ, ਡਿਜ਼ਾਈਨ ਦੇ ਵਿੱਚ ਵੀ, ਹਨਾ। ਡਿਜ਼ਾਈਨ 'ਚ ਤਾਂ ਬਾਅਦ 'ਚ ਆਪਾਂ ਚੇਂਜ ਚੂੰਜ ਕਰ ਸਕਦੇ ਹਾਂ। ਤਾਂ ਇਹ ਸਵਾਲ ਦਾ ਫਿਰ ਆਨਸਰ ਜਿਹੜਾ ਆਪਣੇ ਕੋਲੇ ਹੈਗਾ ਮਿੱਤਰੋ F11। ਠੀਕ ਆ, F11 ਯਾਦ ਰੱਖਣਾ। ਤਾਂ F11 ਕੰਪਿਊਟਰ ਦੇ ਵਿੱਚ ਜੇਕਰ ਅਸੀਂ F11 ਪ੍ਰੈਸ ਕਰਦੇ ਹਾਂ, ਪ੍ਰੈਸਿੰਗ F11 ਇਨ ਵਰਡ ਟੋਗਲ ਬਿਟਵੀਨ ਫੁੱਲ ਸਕਰੀਨ ਮੋਡ। ਹਾਂ, ਵਰਡ ਨਹੀਂ ਆਉਣਾ ਸੀਗਾ ਯਾਰ, ਇੱਥੇ ਕੰਪਿਊਟਰ ਹੀ ਆਉਣਾ ਸੀ। ਕੰਪਿਊਟਰ ਦੇ ਵਿੱਚ F11 ਵਿੰਡੋ ਨੂੰ ਵੱਡਾ ਛੋਟਾ ਕਰਨਾ ਟੋਗਲ, ਜਿਵੇਂ ਆਪਾਂ ਦੇਖਿਆ ਸੀਗਾ ਨਾ
ਇਹਦੇ ਵਿੱਚ ਦੇਖਿਆ ਸੀਗਾ ਆਹ ਵਾਲਾ ਪੁਆਇੰਟ ਨਹੀਂ ਦੇਖਿਆ ਸੀਗਾ ਵੀ ਕਿੱਧਰ ਗਿਆ ਕੰਟਰੋਲ F10 ਸੀਗਾ ਮੈਕਸੀਮਾਈਜ਼ ਤੇ ਮਿਨੀਮਾਈਜ਼, ਉਵੇਂ ਹੀ ਨਾਰਮਲ ਕੰਪਿਊਟਰ ਦੇ ਵਿੱਚ ਇਹ ਕਰ ਦਿੰਦਾ F11 ਦੇ ਨਾਲ। ਤੇ ਐਕਸਲ ਦੇ ਵਿੱਚ ਇਹ ਕੀ ਕਰਦਾ, ਇਨ ਐਕਸਲ ਪ੍ਰੈਸਿੰਗ F11 ਆਟੋਮੈਟਿਕਲੀ ਕ੍ਰੀਏਟਸ ਨਿਊ ਚਾਰਟ। ਐਕਸਲ ਦੇ ਵਿੱਚ ਇਹ ਨਵਾਂ ਚਾਰਟ ਕ੍ਰੀਏਟ ਕਰਦਾ। ਅਗਲੇ ਸਵਾਲ ਦਾ ਆਨਸਰ ਲਾਉਣਾ ਭੁੱਲ ਗਿਆ, ਪਹਿਲਾਂ ਅੱਖਾਂ ਬੰਦ ਕਰੋ ਫਿਰ ਮੈਂ ਨਵੇਂ ਸਵਾਲ ਤੇ ਲੈ ਕੇ ਜਾਊਂਗਾ ਤੁਹਾਨੂੰ, ਠੀਕ ਹੈ। ਅੱਖਾਂ ਬੰਦ ਕਰ ਲਓ, ਉਦੋਂ ਬਾਅਦ ਚ ਦੇਖਿਓ, ਇਹ ਹਜੇ ਖੋਲਿਓ ਨਾ ਖੜ ਜਾਓ ਖੋਲਣੇ ਕਿਸ ਨੇ, ਹੁਣ ਅੱਖਾਂ ਖੋਲੋ, ਹਾਂ ਹੁਣ ਅੱਖਾਂ ਖੋਲ ਸਕਦੇ ਹੋ। ਤਾਂ ਕਹਿੰਦਾ ਇਨ MS ਐਕਸਲ 2019 ਗਾਲ ਪਈ ਜਿਹੜਾ ਅੱਖਾਂ ਪਹਿਲਾਂ ਖੋਲੇ ਪਰ ਹੁਣ ਤਾਂ ਦੇਖ ਚੁੱਕੇ ਹੋਗੇ, ਲੱਗਦਾ ਫੇਰ ਵੀ ਜਾਣੀ ਤੁਹਾਨੂੰ ਮਾਂ ਪਿਓ ਦੀ ਗਾਲ ਹੈ ਨਾ। ਸੋ ਕਹਿੰਦਾ ਇਨ MS ਐਕਸਲ 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਅੰਡਰਲਾਈਨ ਦੀ ਟੈਕਸਟ। ਇਹ ਮੈਂ ਦੱਸ ਕੇ ਪਹਿਲਾਂ ਹੀ ਦੱਸਿਆ ਸੀ ਤੁਹਾਨੂੰ ਵੀ ਮੈਂ ਇੰਪੋਰਟੈਂਟ ਦੱਸਿਆ ਸੀ, ਅੰਡਰਲਾਈਨ ਕਰਨ ਦੇ ਲਈ ਕੰਟਰੋਲ U ਹੈ ਕਿ ਕੰਟਰੋਲ 4 ਆ, ਹਨਾ। ਤਾਂ ਇਹ ਫਿਰ ਦੋਨੋਂ ਹੀ ਵਰਤੇ ਜਾਂਦੇ ਨੇ, both 1 and 2। ਕਲੀਅਰ ਹੋਈ ਗੱਲ। ਅਗਲਾ ਸਵਾਲ, ਇਨ MS ਐਕਸਲ 2019 ਵਿੱਚੋਂ ਦੀ ਫੋਲੋਇੰਗ ਸ਼ਾਰਟਕਟ ਕੀ ਯੂਜ਼ ਟੂ ਐਂਟਰ ਦੀ ਕਰੰਟ ਡੇਟ। ਦੇਖੋ ਇਹ ਬਹੁਤ ਜ਼ਿਆਦਾ ਵਧੀਆ ਸਵਾਲ ਹੈ, ਪੁੱਛਿਆ ਜਾਂਦਾ ਡੇਟ ਤੇ ਟਾਈਮ ਬਾਰੇ। ਪਹਿਲਾਂ ਆਪਾਂ ਦੇਖ ਲੈਂਦੇ ਹਾਂ ਵੀ ਜੇ ਆਪਾਂ ਕੰਟਰੋਲ ਸ਼ਿਫਟ ਪਲੱਸ ਸੈਮੀਕੋਲਨ ਦੱਬ ਦਈਏ ਤਾਂ ਡਿਸਪਲੇ ਦੀ ਕਰੰਟ ਡੇਟ, ਜੇ ਕੰਟਰੋਲ ਪਲੱਸ ਸੈਮੀਕੋਲਨ ਦੱਬ ਦਈਏ ਤਾਂ ਡਿਸਪਲੇ ਦੀ ਕਰੰਟ, ਗਲਤ ਨਹੀਂ ਹੋਈ ਗੱਲ ਜੀ। ਉੱਪਰ ਵਾਲੇ ਦੇ ਵਿੱਚ ਟਾਈਮ, ਥੱਲੇ ਵਾਲੇ ਦੇ ਵਿੱਚ ਡੇਟ। ਦੇਖੋ ਮੈਂ ਕਰਕੇ ਦਿਖਾਉਣਾ ਤੁਹਾਨੂੰ, ਆਪਾਂ ਦੇਖ ਲੈਂਦੇ ਹਾਂ। ਐਕਸਲ ਜੇ ਆਪਾਂ ਦੱਬਿਆ ਕੰਟਰੋਲ ਸੈਮੀਕੋਲਨ ਤਾਂ ਉਹਨੇ ਡੇਟ, ਤੇ ਜੇ ਆਪਾਂ ਦੱਬਿਆ ਕੰਟਰੋਲ ਸ਼ਿਫਟ ਸੈਮੀਕੋਲਨ ਫਿਰ ਆਪਣੇ ਕੋਲੇ ਹੋ ਗਿਆ ਟਾਈਮ ਹੋ ਗਿਆ, ਠੀਕ ਹੈ। ਸੋ ਇਹ ਸਵਾਲ ਪੁੱਛੇ ਜਾਂਦੇ ਨੇ। ਹੁਣ ਮੈਨੂੰ ਯਾਦ ਸਮਾਂ ਹੀ ਹੈ ਨਹੀਂ ਸੀ ਮੇਰੇ ਕੋਲੇ ਵੀ ਮੈਂ ਇਹਨੂੰ ਕਿਵੇਂ ਆਪਾਂ ਯਾਦ ਕਰ ਸਕਦੇ ਹਾਂ। ਟਾਈਮ ਕੰਟਰੋਲ ਸ਼ਿਫਟ ਪਲੱਸ ਸੈਮੀਕੋਲਨ, ਕੰਟਰੋਲ ਪਲੱਸ ਸੈਮੀਕੋਲਨ, ਹਨਾ। ਇਹਨੂੰ ਆਪਾਂ ਯਾਦ ਕਰਨ ਦਾ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਾਂ ਇਹਨਾਂ ਨੂੰ ਦੋਨਾਂ ਨੂੰ ਡਿਫਰੈਂਸ਼ੀਏਟ ਕਿਵੇਂ ਕਰ ਸਕਦੇ, ਕਿਉਂਕਿ ਕਨਫਿਊਜ਼ਨ ਹੋਣੀ ਆ ਵੀ ਕੰਟਰੋਲ ਸ਼ਿਫਟ ਪਲੱਸ। ਜੇ ਹੁਣ ਆਪਾਂ ਦੇਖੀਏ ਡੇਟ ਵੱਡੀ ਆਉਂਦੀ ਹੈ, ਵੱਡੇ ਛੋਟੇ ਵਾਲਾ ਬਣਦਾ ਨਹੀਂ। ਡੇਟ ਆ ਦੇਖੋ ਵੱਡੀ ਹੈ ਨਾ, ਡੇਟ ਜਿਵੇਂ ਅੱਜ ਆਪਾਂ ਕਹਿ ਦਈਏ ਵੀ ਕੋਈ 27 ਜਨਵਰੀ 2060, 60 ਤਾਂ ਨਹੀਂ ਹੈਗਾ, ਟਾਈਮ ਕਿੰਨਾ ਹੋਇਆ 13:27 ਹੋਏ ਨੇ। ਡੇਟ ਵੱਡੀ ਹੈ, ਟਾਈਮ ਛੋਟਾ, ਤਾਂ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੱਡੇ ਲਈ ਵੱਡਾ ਸ਼ਾਰਟਕਟ ਨਾ, ਇਹ ਗੱਲ ਨਹੀਂ ਬਣਦੀ। ਉਲਟਾ ਕਹਿ ਸਕਦੇ ਹਾਂ ਵੀ ਟਾਈਮ ਫਿਰ ਉਹ ਯਾਦ ਨਹੀਂ ਰਹਿੰਦੀ ਚੀਜ਼। ਕਈ ਵਾਰੀ ਹੁਣ ਤੁਸੀਂ ਪੁੱਠਾ ਲੌਜਿਕ ਲਾ ਦਿਓ, ਤਾਂ ਕਰਕੇ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ, ਆਪਣੇ ਆਪ ਹਿਸਾਬ 'ਚ ਕਰ ਲਿਓ ਗੱਲ, ਹਨਾ। ਤਾਂ ਹੁਣ ਇਹਨੇ ਆਪਾਂ ਨੂੰ ਪੁੱਛਿਆ ਕੀ ਹੈ, ਐਂਟਰ ਦੀ ਕਰੰਟ ਡੇਟ, ਹਨਾ। ਡੇਟ ਦੇ ਲਈ ਕੰਟਰੋਲ ਪਲੱਸ ਸੈਮੀਕੋਲਨ ਚੱਲੂਗਾ, ਸ਼ਿਫਟ ਨਹੀਂ ਚੱਲੂਗਾ, ਕੰਟਰੋਲ ਪਲੱਸ ਸੈਮੀਕੋਲਨ। ਸੋ ਇਹ ਸੀਗਾ ਆਪਾਂ ਕਹਿ ਲੈਂਦੇ ਪਾਰਟ 1 ਸ਼ਾਰਟਕਟ ਕੀ ਦਾ। ਆਈ ਹੋਪ ਕਿ ਤੁਹਾਨੂੰ ਚੀਜ਼ਾਂ ਸਮਝ ਆਈਆਂ ਹੋਣਗੀਆਂ, ਤੁਹਾਨੂੰ ਚੀਜ਼ਾਂ ਬਾਰੇ ਕਲੈਰਿਟੀ ਹੋਈ ਹੋਣੀ ਹੈ। ਬਹੁਤ ਸਾਰੀਆਂ ਚੀਜ਼ਾਂ ਤੁਸੀਂ ਨਵੇਂ ਤਰੀਕੇ ਨਾਲ, ਨਵਾਂ ਵਿਜ਼ਨ ਲੈ ਕੇ ਤੁਸੀਂ ਕੋਸ਼ਿਸ਼ ਕਰ ਰਹੇ ਹੋਵੋਗੇ ਚੀਜ਼ਾਂ ਸਿੱਖਣ ਦੀ। ਸੋ ਆਪਾਂ ਇਸੇ ਤਰ੍ਹਾਂ ਹੀ ਕਰਦੇ ਰਹਾਂਗੇ। ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਬਾਕੀ ਥੋੜਾ ਜਿਹਾ ਹੁਣ ਆਪਾਂ ਨੂੰ ਜ਼ਰੂਰਤ ਹੈ ਵੀ ਆਪਾਂ ਗਰੋ ਕਰੀਏ, ਤੇ ਗਰੋ ਕਿਹਦੇ ਸਿਰ ਤੇ ਕਰਨਾ, ਤੁਹਾਡੇ ਸਿਰ ਤੇ ਕਰਨਾ, ਤੇ ਤੁਸੀਂ ਸ਼ੇਅਰ ਕਰਨਾ ਹੈ ਨਾ। ਸੋ ਆਪਣੇ ਕੋਲੇ ਕੋਈ ਐਡ ਲਾਉਣ ਨੂੰ ਵਾਲਾ ਕੋਈ ਐਵੇਂ ਦੇ ਸੋਰਸ ਹੈ ਨਹੀਂਗੇ ਵੀ ਆਪਾਂ ਐਡਵਰਟੀਜ਼ਮੈਂਟ ਲਾਈਏ ਤੇ ਅੱਗੇ ਲੈ ਕੇ ਜਾਈਏ, ਜਾਂ ਮਸਾਲੇ ਵਾਲੇ ਆਪਾਂ ਥੰਬਨੇਲ ਪਾਈਏ ਵੀ ਚੱਕੋ ਜੀ, ਜਾਂ ਆਪਾਂ ਪ੍ਰੂਫ ਦਈਏ। ਇਹ ਚੀਜ਼ਾਂ ਤੇ ਸਾਨੂੰ ਠੀਕ ਨਹੀਂ ਲੱਗਦਾ ਵੀ ਐਵੇਂ ਆਪਾਂ ਸਮਾਂ ਵੇਸਟ ਕਰੀਏ, ਹੈ ਨਾ। ਤਾਂ ਬਹੁਤ ਸਾਰੇ ਬੱਚੇ ਵੀ ਮੈਸੇਜ ਕਰਦੇ ਨੇ, ਕਈ ਬੱਚੇ ਲਿਖ ਦਿੰਦੇ ਨੇ ਵੀ ਸਰ ਸਕਰੀਨਸ਼ਾਟ ਨਾ ਲਾਇਓ। ਸੋ ਬਟ ਇੱਕ ਵਾਰੀ ਮੈਨੂੰ ਬੱਚੇ ਦਾ ਮੈਸੇਜ ਆਇਆ ਵੀ ਕਹਿੰਦੇ ਸਰ ਵੀ ਤੁਸੀਂ ਬਹੁਤ ਵਧੀਆ ਪੜ੍ਹਾਉਂਦੇ ਹੋ ਕੰਪਿਊਟਰ, ਵੀ ਪਲੀਜ਼ ਸਕਰੀਨਸ਼ਾਟ ਨਾ ਲਾਇਓ। ਮੈਂ ਸੋਚਿਆ ਯਾਰ ਵੀ ਸਕਰੀਨਸ਼ਾਟ ਅੱਗੇ ਆਪਾਂ ਕਿੰਨੇ ਕੁ ਲਾਉਣੇ ਆ। ਕਿਹੜਾ ਮੈਨੂੰ ਔੜ ਚੱਲ ਗਿਆ, ਫਿਰ ਮੈਨੂੰ ਲੱਗਿਆ ਵੀ ਹੋ ਸਕਦਾ ਵੀ ਲੋਕ ਐਵੇਂ ਕਰਦੇ ਹੋਣ। ਫਿਰ ਮੈਨੂੰ ਮੈਸੇਜ ਕੀਤਾ, ਮੈਂ ਕਿਹਾ ਅਸੀਂ ਸਕਰੀਨਸ਼ਾਟ ਲਾ ਕੇ ਸਸਤੀ ਮਸ਼ਹੂਰੀ ਵਾਲੇ ਚੱਕਰਾਂ 'ਚ ਨਹੀਂ ਪੈਂਦੇ। ਤੁਸੀਂ ਸਾਰੇ ਹੀ ਨਿਸ਼ਚਿੰਤ ਰਹੋ। ਜਿਹੜੇ ਕਮੈਂਟ ਤੁਹਾਨੂੰ ਠੀਕ ਲੱਗਦਾ ਪਬਲਿਕਲੀ, ਤੁਹਾਡੇ ਆਪ ਦੀ ਇੱਛਾ ਨਾਲ ਤੁਹਾਨੂੰ ਲੱਗਦਾ ਉਹ ਤੁਸੀਂ ਕਰਦੇ ਹੋ, ਤੇ ਉਹ ਕਮੈਂਟਾਂ ਨੂੰ ਚੱਕ ਵੀਡੀਓ 'ਚ ਪਾ ਕੇ ਨਹੀਂ ਦਿਖਾਉਂਦੇ ਆਪਾਂ। ਇਹ ਕੰਮ ਨਹੀਂ ਕਰਨਾ। ਕੋਈ ਗੱਲ ਨਹੀਂ, ਗਰੋ ਥੋੜਾ ਜਿਹਾ ਹੌਲੀ ਕਰ ਜਾਾਂਗੇ, ਕੋਈ ਦਿੱਕਤ ਨਹੀਂ ਪੈਂਦੀ। ਪਰ ਫਾਲਤੂ ਹਵਾਬਾਜੀ ਹੈ ਜਿਹੜੀ, ਉਹਦੇ ਤੋਂ ਤਾਂ ਪਰਮਾਤਮਾ ਬਚਾ ਕੇ ਰੱਖੇ। ਉਹੀ ਸਮਾਂ ਅਸੀਂ ਮਿਹਨਤ ਵੱਲੀ ਲਾ ਸਕਦੇ ਹਾਂ। ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਜਿਹੜੇ ਬੱਚੇ ਜਿਹੜਾ ਮਿਹਨਤ ਕਰਦਾ, ਜਿਹੜਾ ਮੌਲਾ ਵਲਦ ਹੁੰਦਾ, ਉਹ ਮੌਲਾ ਐਵੇਂ ਨਹੀਂ ਹੋਇਆ ਹੁੰਦਾ। ਉਹ ਮੌਲਾ ਸਾਰੇ ਜਗ੍ਹਾ ਤੇ ਮੱਥਾ ਮਾਰ ਕੇ ਹੀ ਮੌਲਾ ਹੋਇਆ ਹੁੰਦਾ, ਹਨਾ। ਤਾਂ ਜਿਹੜੇ ਜਿਹੜੇ ਹਾਲੇ ਕਹਿੰਦੇ ਧੁਰਲੀਆਂ ਮਾਰਨ ਵਾਲੇ, ਉਹ ਇੱਧਰ ਉੱਧਰ ਭੱਜਦੇ ਆ, ਉਹ ਉਹਨਾਂ ਚੀਜ਼ਾਂ ਤੋਂ ਅਟਰੈਕਟ ਵੀ ਹੋ ਜਾਂਦੇ ਨੇ ਵੀ ਹਾਂ ਜੀ ਥੰਬਨੇਲ ਕਿਵੇਂ ਦਾ ਲੱਗਿਆ, ਇਹ ਚੀਜ਼ਾਂ ਨੇ। ਪਰ ਜਿਹੜੇ ਬੰਦੇ ਹੰਢੇ ਹੋਏ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਵੀ ਅਸਲੀ ਚੀਜ਼ ਕਿੱਥੇ ਆ। ਨਾਲੇ ਜਿੱਥੇ ਇਹ ਵੀ ਆਪਾਂ ਚਲੋ ਕੀ ਕਹਿਣਾ ਛੱਡੋ ਪਰੇ। ਸੋ ਇਹ ਤੁਹਾਡੀ ਜ਼ਿੰਮੇਵਾਰੀ ਹੈ ਵੀ ਤੁਸੀਂ ਚੀਜ਼ਾਂ ਨੂੰ ਸ਼ੇਅਰ ਕਰਨਾ, ਹਨਾ।
ਸੋ ਮਿਲਦੇ ਹਾਂ ਆਪਾਂ ਨੈਕਸਟ ਪਾਰਟ ਦੇ ਵਿੱਚ, ਜਲਦੀ ਮਿਲਦੇ ਹਾਂ। ਥੈਂਕ ਯੂ।